एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। वाहिगुरु जी का खालसा वाहिगुरु जी की फतेह। गुरु प्यारी साध संगत जी, अज आपां सोहला साहब बाणी दी विचार आरंभ करन जा रहे हैं। सोहला साहब बाणी दी विचार आरंभ करन तो पहलां कुछ इस बाणी बारे ਤੁਹਾਡੇ ਨਾਲ ਵਿਚਾਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਨੀਆਂ ਅਸੀਂ ਜ਼ਰੂਰੀ ਸਮਝਦੇ ਹਾਂ। ਜਿਵੇਂ ਆਪਾਂ ਜਪ ਬਾਣੀ ਦੀ ਜਦੋਂ ਵਿਚਾਰ ਆਰੰਭ ਕੀਤੀ ਸੀ ਤੇ ਜਪ ਬਾਣੀ ਦੀ ਭੂਮਿਕਾ ਵਿੱਚ ਕੁਝ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਨ ਤੇ ਉਸ ਤੋਂ ਬਾਅਦ ਆਪਾਂ ਜਪ ਬਾਣੀ ਦੇ ਅਖੀਰ ਵਿੱਚ ਵੀ ਸਾਰੀ ਬਾਣੀ ਦੇ ਵਿੱਚ ਕਿਵੇਂ ਕਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਨੇ, ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕਿਵੇਂ ਗੁਰੂ ਦੀ ਵਿਚਾਰ ਨੂੰ ਲਾਗੂ ਕਰਨਾ ਹੈ, ਇਹ ਆਪਾਂ ਉਸ ਬਾਣੀ ਵਿੱਚੋਂ ਬੜੇ ਸੌਖੇ ਸ਼ਬਦਾਂ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਆਪਾਂ ਸੋਦਰ ਅਤੇ ਸੋਪੁਰਖ ਬਾਣੀ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ। ਅੱਜ ਆਪਾਂ ਸੋਹਲਾ ਸਾਹਿਬ ਬਾਣੀ ਦੀ ਵਿਚਾਰ ਜਿਹੜੀ ਹੈ ਤੁਹਾਡੇ ਨਾਲ ਆਰੰਭ ਕਰਨ ਜਾ ਰਹੇ ਹਾਂ। ਸੋਹਲਾ ਸਾਹਿਬ ਬਾਣੀ ਰੋਜ਼ਾਨਾ ਸਾਡੇ ਘਰਾਂ ਵਿੱਚ ਆਮ ਪੜ੍ਹੀ ਜਾਂਦੀ ਹੈ, ਅਸੀਂ ਪਾਠ ਕਰਦੇ ਹਾਂ। ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਹੋਣੀ ਹੈ ਕਿ ਇਹ ਬਾਣੀ ਦੇ ਬਾਰੇ ਇੱਕ ਨਾਂ ਸਾਡੀ ਜ਼ਿੰਦਗੀ ਵਿੱਚ ਆਮ ਪ੍ਰਚਲਿਤ ਹੈ, ਕੀਰਤਨ ਸੋਹਲਾ। ਵੈਸੇ ਬਾਣੀ ਦਾ ਨਾਮ ਸਿਰਫ ਸੋਹਲਾ ਹੈ। ਤੁਸੀਂ ਆਪਣੇ ਘਰਾਂ ਵਿੱਚ ਜਿਨ੍ਹਾਂ ਦੇ ਪੋਥੀਆਂ ਪਈਆਂ ਨੇ ਜਾਂ ਜਿਨ੍ਹਾਂ ਘਰਾਂ ਵਿੱਚ ਮਹਾਰਾਜ ਦਾ ਸਰੂਪ ਪਿਆ, ਤੁਸੀਂ ਕਦੀ ਚੈੱਕ ਕਰਕੇ ਵੇਖੋ ਤੇ ਸਿਰਫ ਸੋਹਲਾ ਸਾਹਿਬ, ਸੋਹਲਾ ਬਾਣੀ ਦਾ ਨਾਮ ਹੈ। ਅਸੀਂ ਸੋਹਲਾ ਤੋਂ ਜਦੋਂ ਅਸੀਂ ਬਾਅਦ ਪੜ੍ਹਦੇ ਹਾਂ ਸੋਹਲਾ ਸਾਹਿਬ, ਅਸੀਂ ਸਤਿਕਾਰ ਨਾਲ, ਜਿਵੇਂ ਜਪ ਬਾਣੀ ਦਾ ਨਾਮ ਹੈ, ਪਰ ਜਦੋਂ ਅਸੀਂ ਇੱਦਾਂ ਕਹਿੰਦੇ ਜਪਜੀ ਸਾਹਿਬ, ਉਹ ਇਹ ਨਾਂ ਸਾਡੇ ਵੱਲੋਂ ਬਣਾਇਆ ਗਿਆ। ਅਸੀਂ ਆਮ ਆਪਣੀ ਭਾਸ਼ਾ ਵਿੱਚ ਇਹ ਸ਼ਬਦ ਜੋੜਦੇ ਨੇ, ਪਰ ਵੈਸੇ ਬਾਣੀ ਦਾ ਨਾਮ ਜਪ ਹੈ। ਜਿਵੇਂ ਬਾਣੀ ਦਾ ਨਾਮ ਸੋਦਰ ਹੈ, ਬਾਣੀ ਦਾ ਨਾਮ ਸੋਪੁਰਖ ਹੈ, ਇੱਦਾਂ ਬਾਣੀ ਦਾ ਨਾਮ ਸੋਹਲਾ ਬਾਣੀ ਦਾ ਨਾਮ ਹੈ। ਤੋ ਇਹ ਸੋਹਲੇ ਦਾ ਅਰਥ ਅਸਲ 'ਚ ਹੈ ਸੁਹਾਗ ਦਾ ਗੀਤ, ਖੁਸ਼ੀ ਦਾ ਗੀਤ। ਜਿਵੇਂ ਜਦੋਂ ਲੜਕੀਆਂ ਦੇ ਆਨੰਦ ਕਾਰਜ ਹੁੰਦੇ ਸਨ, ਲੜਕੀਆਂ ਦੇ ਵਿਆਹ ਕੀਤੇ ਜਾਂਦੇ ਸਨ ਤੇ ਖੁਸ਼ੀ ਦੇ ਸੁਹਾਗ ਦੇ ਗੀਤ ਆਮ ਹੀ ਗਾਏ ਜਾਂਦੇ ਸਨ, ਖੁਸ਼ੀ ਦੇ ਗੀਤ ਘਰਾਂ ਵਿੱਚ ਗਾਏ ਜਾਂਦੇ ਸਨ। ਤੋ ਇਹ ਸੋਹਲੇ ਦਾ ਅਰਥ ਹੈ ਖੁਸ਼ੀ ਦਾ ਗੀਤ। ਤੋ ਇਹ ਜਿਹੜੀ ਬਾਣੀ ਹੈ ਆਮ ਅਸੀਂ ਆਪਣੇ ਘਰਾਂ ਵਿੱਚ ਰੋਜ਼ਾਨਾ ਪੜ੍ਹਦੇ ਹਾਂ। ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਹੋਣੀ ਹੈ ਕਿ ਇਹ ਜਦੋਂ ਮਹਾਰਾਜ ਦੇ ਸਰੂਪ ਦੀ ਸੇਵਾ ਕੀਤੀ ਜਾਂਦੀ ਹੈ, ਉਦੋਂ ਇਸ ਬਾਣੀ ਦਾ ਪਾਠ, ਜਦੋਂ ਗ੍ਰੰਥੀ ਸਿੰਘ ਨਾਲ ਨਾਲ ਸਰੂਪ ਦੀ ਸੇਵਾ ਕਰਦਾ ਹੈ, ਤਾਂ ਇਸ ਬਾਣੀ ਦਾ ਪਾਠ ਵੀ ਉਹ ਨਾਲ ਨਾਲ ਕਰਦਾ ਹੈ। ਤੋ ਅਸਲ ਵਿੱਚ ਜਦੋਂ ਅਸੀਂ ਪੁਰਾਤਨ ਸਮਾਂ ਵੇਖਦੇ ਹਾਂ, ਸੰਬੰਧ ਸਾਡੇ ਨਾਲ ਹੈ। ਜਦੋਂ ਅਸੀਂ ਪੁਰਾਤਨ ਸਮਾਂ ਵੇਖਦੇ ਹਾਂ, ਪੁਰਾਣੇ ਸਮੇਂ 'ਚ TV ਨਹੀਂ ਸੀ ਹੁੰਦੇ, ਰੇਡੀਓ ਨਹੀਂ ਹੋਣੇ, ਬਿਲਕੁਲ ਇਹਨਾਂ ਸਾਧਨਾਂ ਦੀ ਕਮੀ ਸੀ। ਜਦੋਂ ਪਿੰਡਾਂ ਵਿੱਚ ਗੁਰਦੁਆਰਿਆਂ 'ਚ ਜਦੋਂ ਸ਼ਾਮ ਨੂੰ ਸੋਦਰ ਦੀ ਬਾਣੀ ਦਾ ਪਾਠ ਗ੍ਰੰਥੀ ਸਿੰਘ ਕਰਦਾ ਸੀ, ਜਦੋਂ ਸ਼ਾਮਾਂ ਨੂੰ ਸੰਗਤ ਦੀ ਹਾਜ਼ਰੀ ਵੀ ਹੋਣੀ, ਕਿਉਂਕਿ ਤੁਸੀਂ ਵੇਖੋ ਉਦੋਂ ਗੁਰਦੁਆਰੇ ਸੰਗਤ ਵੀ ਅੱਜ ਦੇ ਸਮੇਂ ਨਾਲੋਂ ਵਧੇਰੇ ਜਾਂਦੀ ਸੀ। ਅੱਜ ਕੱਲ੍ਹ ਤਾਂ ਸਾਧਨ ਨੇ, ਬਹੁਤ ਸੰਗਤ ਘਰਾਂ ਵਿੱਚ ਸੁਣ ਲੈਂਦੀ ਹੈ, ਜਾਂ ਸਮਾਗਮ ਇੰਟਰਨੈਟ ਦੇ ਉੱਤੇ ਆਉਣ ਕਰਕੇ ਬਾਅਦ ਵਿੱਚ ਵੀ ਸੰਗਤਾਂ ਉਹ ਸਮਾਗਮ ਸੁਣ ਲੈਂਦੀਆਂ ਨੇ। ਪਰ ਪਹਿਲਿਆਂ ਸਮਿਆਂ 'ਚ ਐਸੇ ਪ੍ਰਬੰਧ ਨਹੀਂ ਸੀ ਹੁੰਦੇ। ਸ਼ਾਮਾਂ ਨੂੰ ਗੁਰਦੁਆਰੇ ਜਾਣਾ, ਸੰਗਤ ਨੇ ਬੈਠ ਕੇ ਬਾਣੀ ਰਲ ਮਿਲ ਕੇ ਆਪ ਪੜ੍ਹਨੀ, ਵਿਚਾਰਾਂ ਦੀ ਸਾਂਝ ਕਰਨੀ, ਸੋਦਰ ਦਾ ਪਾਠ ਹੋਣਾ। ਉੱਥੇ ਫਿਰ ਜੇ ਚਾਰ ਸਰੀਰ ਇਕੱਠੇ ਹੋਣੇ, ਜਦੋਂ ਸਰੂਪ ਦੀ ਸੇਵਾ ਕੀਤੀ ਜਾਣੀ, ਤੇ ਗ੍ਰੰਥੀ ਸਿੰਘ ਨੇ ਨਾਲ ਨਾਲ ਸੋਹਲਾ ਸਾਹਿਬ ਦੇ 5 ਸ਼ਬਦ ਜਿਹੜੇ ਉਹ ਵੀ ਗਾ ਕੇ ਕੀਰਤਨ ਦੇ ਰੂਪ ਵਿੱਚ ਪੜ੍ਹ ਦੇਣੇ। ਇਹਦਾ ਹੌਲੀ ਹੌਲੀ ਨਾਮ ਪੈ ਗਿਆ ਕੀਰਤਨ ਸੋਹਲਾ। ਵੈਸੇ ਬਾਣੀ ਦਾ ਨਾਮ ਇਕੱਲਾ ਸੋਹਲਾ ਹੈ, ਪਰ ਉਹ ਕੀਰਤਨ ਸੋਹਲਾ ਹੌਲੀ ਹੌਲੀ ਨਾਮ ਪ੍ਰਚਲਿਤ ਹੋ ਗਿਆ। ਤਾਂ ਕੁਦਰਤੀ ਗੱਲ ਹੈ, TV ਇੱਦਾਂ ਦੇ ਸਾਧਨ ਨਾ ਹੋਣ ਕਰਕੇ ਜਦੋਂ ਸ਼ਾਮਾਂ ਨੂੰ ਗ੍ਰੰਥੀ ਸਿੰਘ ਨੇ ਸੋਹਲਾ ਸਾਹਿਬ ਦੀ ਬਾਣੀ ਦਾ ਪਾਠ ਮਹਾਰਾਜ ਦੇ ਸਰੂਪ ਦੇ ਨਾਲ ਕਰ ਦੇਣਾ, ਤੇ ਉਦੋਂ ਇਹ ਮੰਨਿਆ ਜਾਂਦਾ ਸੀ ਵੀ ਇਹ ਬਾਣੀ ਅਸੀਂ ਹੁਣ ਆਪਣੇ ਲਈ ਪੜ੍ਹੀ, ਸਾਡੇ ਲਈ ਜਾਂਦੀ ਸੀ। ਹੌਲੀ ਹੌਲੀ ਉਹ ਮਹਾਰਾਜ ਦੇ ਸਰੂਪ ਨਾਲ ਪਾਠ ਜੁੜ ਗਿਆ। ਭਾਵੇਂ ਤੁਸੀਂ ਸਿੱਖ ਰਹਿਤ ਮਰਿਆਦਾ ਜਿਹੜੀ ਅਕਾਲ ਤਖਤ ਵੱਲੋਂ ਪੰਥ ਪ੍ਰਵਾਨਿਤ ਹੈ, ਤੁਸੀਂ ਉਹ ਲੈ ਕੇ ਪੜ੍ਹ ਲੈਣਾ। ਉਹਦੇ 'ਚ ਕਿਤੇ ਨਹੀਂ ਲਿਖਿਆ ਕਿ ਮਹਾਰਾਜ ਦੇ ਸਰੂਪ ਦੀ ਸੇਵਾ ਕਰਨ ਵਕਤ ਇਹ ਸ਼ਾਮ ਨੂੰ ਤੁਸੀਂ ਬਾਣੀ ਉਹਦੇ ਨਾਲ ਪੜ੍ਹਨੀ। ਇਹ ਬਾਣੀ ਸੀ ਸਾਡੇ ਨਾਲ ਸੰਬੰਧਿਤ, ਵੀ ਅਸੀਂ ਰਾਤ ਨੂੰ। ਤਾਂ ਕੁਦਰਤੀ ਗੱਲ ਸੀ ਜਦੋਂ ਗ੍ਰੰਥੀ ਸਿੰਘ ਨੇ ਇਹ ਕਹਿਣਾ ਵੀ ਹੁਣ ਸਾਰੇ ਚਾਰ ਸਰੀਰ ਇਕੱਠੇ ਹੋਏ ਨੇ ਅਤੇ ਆਓ ਆਪਾਂ ਨਾਲ ਨਾਲ ਜਿੱਥੇ ਮਹਾਰਾਜ ਦੇ ਸਰੂਪ ਦੀ ਸੇਵਾ ਕਰਨੀ ਹੈ, ਉੱਥੇ ਨਾਲ ਨਾਲ ਆਪਾਂ ਇਹ ਸੋਹਲਾ ਸਾਹਿਬ ਦੀ ਬਾਣੀ ਦਾ ਪਾਠ ਵੀ ਕਰ ਦਈਏ। ਤੋ ਖੈਰ ਹੌਲੀ ਹੌਲੀ ਇਹ ਗੱਲਾਂ ਹੌਲੀ ਹੌਲੀ ਪ੍ਰਚਲਿਤ ਹੋ ਗਈਆਂ। ਤੋ ਇਹ ਪੜ੍ਹੀ ਵੀ ਜਾ ਰਹੀ ਹੈ, ਇਹਦੇ 'ਚ ਹਰਜ ਵੀ ਕੋਈ ਨਹੀਂ, ਪਰ ਨਾਲ ਸਿਰਫ ਸਾਡਾ ਫਰਜ਼ ਬਣਦਾ ਤੁਹਾਨੂੰ ਦੱਸਣ ਦਾ ਵੀ ਕੁਝ ਗੱਲਾਂ ਨੇ ਜਿਹੜੀਆਂ ਹੌਲੀ ਹੌਲੀ ਨਾਲ ਜੁੜ ਜਾਂਦੀਆਂ। ਜਿਵੇਂ ਪਾਣੀ ਤਰੌਂਕਣਾ। ਪੁਰਾਣੇ ਸਮੇਂ 'ਚ ਪੁਰਾਣੀ ਜਿਹੜਾ ਗੁਰੂ ਨਾਨਕ ਸਾਹਿਬ ਦੇ ਸਰੂਪ ਅੱਗੇ ਪਾਣੀ ਤਰੌਂਕਿਆ ਜਾਂਦਾ ਸੀ, ਉਦੋਂ ਲੋੜ ਸੀ, ਗਲੀਆਂ ਕੱਚੀਆਂ ਸਨ, ਘੱਟਾ ਮਿੱਟੀ ਉੱਡਣਾ ਅਤੇ ਪਹਿਲਾਂ ਪਾਣੀ ਤਰੌਂਕ ਦੇਣਾ। ਅਤੇ ਤੁਸੀਂ ਅੱਜ ਨੋਟ ਕੀਤਾ ਹੋਵੇਗਾ, ਅੱਜ ਭਾਵੇਂ ਰਸਤੇ ਵੀ ਸਾਫ਼ ਹੋਣ
ਤੇ ਇੱਕ ਜੱਗ ਪਾਣੀ ਦਾ, ਇੱਕ ਗੜਵੀ ਪਾਣੀ ਦੀ, ਕਈ ਵਾਰੀ ਅਸੀਂ 4-4 ਕਿਲੋਮੀਟਰ ਤੱਕ ਉਹ ਪਾਣੀ ਤਰੌਂਕਦੇ ਲੈ ਕੇ ਜਾਂਦੇ ਹਾਂ। ਤਾਂ ਇਹਦਾ ਅਰਥ ਹੈ ਵੀ ਅਸੀਂ ਪਾਣੀ ਅੱਜ ਗਲੀ ਦੇ ਘੱਟੇ ਵਾਸਤੇ ਥੋੜ੍ਹਾ ਤਰੌਂਕ ਰਹੇ ਹਾਂ, ਕਰਮਕਾਂਡ ਬਣ ਕੇ ਰਹਿ ਗਿਆ। ਇਹ ਵੀ ਗੱਲਾਂ ਤੁਸੀਂ ਸਿੱਖ ਰਹਿਤ ਮਰਿਆਦਾ ਪੜ੍ਹ ਕੇ ਵੇਖੋ, ਉੱਥੇ ਲਿਖਿਆ ਕਿਤੇ ਵੀ ਮਹਾਰਾਜ ਸਰੂਪ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣ ਵਕਤ ਇੱਦਾਂ ਦੇ ਕਰਮਕਾਂਡਾਂ ਨੂੰ ਕੋਈ ਥਾਂ ਨਹੀਂ ਦਿੱਤੀ ਗਈ। ਤਾਂ ਖੈਰ ਅੱਜ ਆਪਾਂ ਗੱਲ ਸੋਹਲਾ ਸਾਹਿਬ ਬਾਣੀ ਦੀ ਕਰ ਰਹੇ ਹਾਂ ਵੀ ਸੋਹਲਾ ਬਾਣੀ ਆਮ ਸਾਡੇ ਘਰਾਂ ਵਿੱਚ ਪੜ੍ਹੀ ਜਾਂਦੀ ਹੈ। ਤਾਂ ਇਹ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਕਿੱਦਾਂ ਜੁੜ ਗਈ, ਕਿਉਂਕਿ ਉਦੋਂ ਸਾਧਨ ਨਹੀਂ ਸੀ ਆਮ ਗੁਰਦੁਆਰਿਆਂ 'ਚ ਸੰਗਤ ਜਾਣੀ। ਸ਼ਾਮ ਨੂੰ ਜਦੋਂ ਗ੍ਰੰਥੀ ਸਿੰਘ ਨੇ ਇਹ ਸੋਦਰ ਦੀ ਬਾਣੀ ਦਾ ਪਾਠ ਕਰਨਾ, ਜਦੋਂ ਸਰੂਪ ਦੀ ਸੇਵਾ ਕਰਨੀ, ਨਾਲ ਨਾਲ ਉਹਨੇ ਇਹ ਸ਼ਬਦਾਂ ਦਾ ਪਾਠ ਕਰ ਦੇਣਾ ਤੇ ਸੰਗਤ ਪਾਠ ਦੀ ਸਮਾਪਤੀ ਤੋਂ ਬਾਅਦ ਸਰੂਪ ਦੀ ਸੇਵਾ ਹੋਣ ਤੋਂ ਬਾਅਦ ਆਪਣੇ ਘਰਾਂ ਵਿੱਚ ਆ ਜਾਂਦੀ ਸੀ। ਤਾਂ ਖੈਰ, ਤਾਂ ਇਹ ਬਾਣੀ ਜਦੋਂ ਤੁਸੀਂ ਵੇਖਿਆ, ਜਦੋਂ ਆਪਾਂ ਕਿਸੇ ਪ੍ਰਾਣੀ ਚੜ੍ਹਾਈ ਕਰ ਜਾਂਦਾ ਉਹਦੇ ਜਦੋਂ ਆਪਾਂ ਸੰਸਕਾਰ ਵਾਸਤੇ ਜਾਂਦੇ ਹਾਂ, ਤੇ ਸਿੱਖ ਰਹਿਤ ਮਰਿਆਦਾ 'ਚ ਇਹ ਵੀ ਲਿਖਿਆ ਕਿ ਜਦੋਂ ਤੁਸੀਂ ਉਹਦਾ ਸੰਸਕਾਰ ਕਰਨਾ ਹੈ, ਜਦੋਂ ਉਹਦੇ ਅੰਗੀਠੇ ਨੂੰ ਤੁਸੀਂ ਅੱਗ ਲਾ ਦੇਣੀ ਹੈ, ਤੇ ਉਸ ਵਕਤ ਤੁਸੀਂ ਸਾਰਾ ਪਰਿਵਾਰ ਇੱਦਾਂ ਪਾਸੇ ਬੈਠ ਕੇ, ਕੋਈ ਵੀ ਗ੍ਰੰਥੀ ਸਿੰਘ ਹੋਵੇ ਜਾਂ ਪਰਿਵਾਰ ਦੇ ਮੈਂਬਰ ਹੋਣ, ਤੇ ਬੈਠ ਕੇ ਸੋਹਲਾ ਸਾਹਿਬ ਦਾ ਪਾਠ ਕਰਨ। ਹੁਣ ਇਹ ਸੋਹਲਾ ਸਾਹਿਬ ਦਾ ਪਾਠ ਉਹ ਜਿਹੜਾ ਪ੍ਰਾਣੀ ਚੜ੍ਹਾਈ ਕਰ ਚੁੱਕਾ, ਉਹਦੇ ਨਾਲ ਇਹਦਾ ਪਾਠ ਦਾ ਸੰਬੰਧ ਕੋਈ ਨਹੀਂ ਹੈ, ਇਹਦਾ ਸੰਬੰਧ ਸਾਡੇ ਨਾਲ। ਕਿਉਂਕਿ ਤੁਸੀਂ ਵੇਖੋ ਜਿਹੜੇ 5 ਸ਼ਬਦ ਆਏ ਨੇ, 3 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਇਹਦੇ ਵਿੱਚ ਨੇ, ਇੱਕ ਸ਼ਬਦ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦਾ ਹੈ, ਤੇ ਇੱਕ ਸ਼ਬਦ ਗੁਰੂ 5ਵੇਂ ਪਾਤਸ਼ਾਹ ਜੀ ਦਾ। ਤੋ ਇਹ ਜਿਹੜੀ ਸੋਹਲਾ ਸਾਹਿਬ ਬਾਣੀ ਉੱਥੇ ਪੜ੍ਹੀ ਜਾ ਰਹੀ ਹੈ, ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ, ਆਪਾਂ ਉਹਦੀ ਦੇਹ ਨੂੰ ਅਗਨ ਭੇਟ ਕਰਦੇ ਹਾਂ, ਤਾਂ ਉਦੋਂ ਜਿਹੜਾ ਉੱਥੇ ਪਾਠ ਕੀਤਾ ਜਾਂਦਾ ਉਹਦਾ ਸੰਬੰਧ ਜਾ ਚੁੱਕੇ ਪ੍ਰਾਣੀ ਨਾਲ ਨਹੀਂ ਹੈ। ਵੈਸੇ ਤਾਂ ਬਾਣੀ ਜਿੰਨੀ ਵੀ ਅਸੀਂ ਪੜ੍ਹਦੇ ਹਾਂ, ਜਿੰਨਾ ਵੀ ਗੁਰਬਾਣੀ ਦਾ ਪਾਠ ਗਿਆਨ ਵਿਚਾਰ ਹੈ, ਇਹਦਾ ਦੁਨੀਆ ਤੋਂ ਸਰੀਰ ਤਿਆਗਣ ਵਾਲੇ ਬੰਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਭਾਵੇਂ ਕਿ ਸਾਡੇ ਕਰਮਕਾਂਡੀ ਲੋਕ ਇਹ ਗੱਲਾਂ ਜੋੜ ਦਿੰਦੇ ਨੇ ਕਿ ਬਾਣੀ ਦਾ ਫਲ ਉਹਨੂੰ ਉੱਥੇ ਪਹੁੰਚਾਇਓ, ਜਿਹੜੀ ਜੀਂਦੇ ਨਹੀਂ ਪੜ੍ਹੀ ਮਗਰੋਂ ਫਲ ਕਿੱਦਾਂ ਪਹੁੰਚੇਗਾ। ਇਹ ਤਾਂ ਸਗੋਂ ਜਿਹੜੇ ਮਰਨ ਤੋਂ ਬਾਅਦ ਇਹ ਮੁਕਤੀ ਦੀਆਂ ਗੱਲਾਂ ਕਰਦੇ ਸੀ, ਉਹਨਾਂ ਗੱਲਾਂ ਦਾ ਗੁਰਦੇਵ ਜੀ ਨੇ ਬਾਣੀ ਵਿੱਚ ਖੰਡਨ ਕੀਤੇ। ਤਾਂ ਖੈਰ, ਜਦੋਂ ਆਪਾਂ ਸੋਹਲਾ ਸਾਹਿਬ ਦੀ ਬਾਣੀ ਦੀ ਤਰਤੀਬ ਪੜ੍ਹਦੇ ਹਾਂ, ਤਰਤੀਬ ਨਾਲ ਤੁਸੀਂ 5 ਸ਼ਬਦਾਂ ਦੀ ਵਿਚਾਰ ਕਰੋਗੇ। ਆਓ ਹੁਣ ਆਪਾਂ ਬੜੇ ਪਿਆਰ ਨਾਲ ਇਕੱਲੇ ਇਕੱਲੇ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਵੀ ਗੁਰਦੇਵ ਜੀ ਨੇ ਕਿੰਨੇ ਸੋਹਣੇ ਤਰੀਕੇ ਨਾਲ ਇਹ ਸਾਡੇ ਵਾਸਤੇ ਮੋਤੀ ਪਰੋਏ ਨੇ। ਆਪਾਂ ਜਦੋਂ ਸਭ ਤੋਂ ਪਹਿਲਾ ਸ਼ਬਦ ਪੜ੍ਹਦੇ ਹਾਂ, ਉੱਥੇ ਗੁਰਦੇਵ ਜੀ ਕਹਿੰਦੇ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਤੁਮ ਗਾਵੋ, ਹੇ ਭਾਈ ਤੁਸੀਂ ਮੇਰੇ ਨਿਰਭਉ ਪਰਮਾਤਮਾ ਦਾ ਸੋਹਿਲਾ ਗਾਓ, ਉਹਦੀ ਖੁਸ਼ੀ ਦਾ ਗੀਤ ਗਾਓ। ਯਾਨੀ ਕਿ ਹਉ ਵਾਰੀ ਜਿਤ ਸੋਹਿਲੇ, ਮੈਂ ਕੁਰਬਾਨ ਜਾਂਦਾ ਉਸ ਸੋਹਿਲੇ ਤੋਂ, ਸਦਾ ਸੁੱਖ ਹੋਏ ਜਿਹਦੇ ਨਾਲ ਮੇਰੀ ਜ਼ਿੰਦਗੀ ਵਿੱਚ ਸਦਾ ਸੁੱਖ ਹੁੰਦਾ, ਮੈਂ ਆਤਮਿਕ ਤੌਰ 'ਤੇ ਸਕੂਨ ਪ੍ਰਾਪਤ ਕਰਦਾ। ਹੁਣ ਇਹ ਸੋਚਿਓ, ਗਾਉਣਾ ਬੰਦੇ ਨੇ ਜਿਉਂਦੇ ਆ ਕਿ ਮਰਨ ਤੋਂ ਬਾਅਦ? ਮਰਨ ਤੋਂ ਬਾਅਦ ਤੇ ਕੰਨ, ਅੱਖ, ਸਰੀਰ ਦੇ ਸਾਰੇ ਅੰਗ ਪਏ ਹੋਏ ਨੇ। ਅੱਜ ਬੰਦਾ ਗਾ ਸਕਦਾ? ਉਹਨੂੰ ਅੱਜ ਕੀ ਸੁੱਖ ਮਿਲਣਾ? ਜਿਹੜੇ ਬੰਦੇ ਨੂੰ ਗਰਮੀ ਲੱਗਦੀ ਹੈ, ਕਦੀ ਸਰਦੀ ਲੱਗਦੀ ਹੈ, ਉਹਨੂੰ 2 ਦਿਨ ਰੱਖਣਾ ਹੋਵੇ ਤੇ ਕਈ ਵਾਰੀ ਅੱਜ ਕੱਲ੍ਹ ਤਾਂ ਕੈਂਡੀਆਂ ਨੇ, ਪਹਿਲਾਂ ਬਰਫ਼ ਦੀ ਸਿੱਲੀ ਹੁੰਦੀ ਸੀ, ਉਹਦੇ ਵਿੱਚ ਲਿਆ ਕੇ ਡੈੱਡ ਬੋਡੀ ਨੂੰ ਲਾ ਦੇਣਾ। ਅੱਜ ਕੱਲ੍ਹ ਤਾਂ ਕੈਂਡੀਆਂ ਪਿੰਡਾਂ ਵਿੱਚ ਆ ਗਈਆਂ ਨੇ, ਸ਼ਹਿਰਾਂ ਵਿੱਚ ਵੀ ਇਹਦਾ ਪ੍ਰਬੰਧ ਆਮ ਹੀ ਕੀਤਾ ਗਿਆ ਹੈ। ਕੋਈ ਰਿਸ਼ਤੇਦਾਰ ਦੂਰੋਂ ਆਉਣਾ ਹੋਵੇ ਤੇ ਕਈ ਵਾਰੀ ਇੱਦਾਂ ਦੇ ਪ੍ਰਬੰਧ ਕਰਨੇ ਪੈਂਦੇ ਨੇ। ਉਹ ਸਰੀਰ ਦੇ ਅੰਗ ਸਾਰੇ ਹੋਣ ਕਰਕੇ ਕੋਈ ਵੀ ਅੰਗ ਕੰਮ ਨਹੀਂ ਕਰ ਰਿਹਾ, ਕੰਨ ਸੁਣ ਨਹੀਂ ਰਹੇ, ਜ਼ੁਬਾਨ ਬੋਲ ਨਹੀਂ ਰਹੀ, ਪੈਰ ਤੁਰ ਨਹੀਂ ਰਹੇ, ਤਾਂ ਫਿਰ ਇਹ ਸੁਣਨਾ ਕਿਹਨੇ? ਹੁਣ ਇੱਥੇ ਲਿਖਿਆ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਇੱਥੇ ਗੱਲ ਬੰਦੇ ਦੀ ਹੋ ਰਹੀ ਹੈ। ਭਾਈ, ਇਹ ਦੁਨੀਆ ਦੇ ਲੋਕੋ, ਆਹ ਦੁਨੀਆ ਤੋਂ ਜਾਣ ਵਾਲਾ ਬੰਦਾ ਜਿਹੜਾ ਹੈ, ਵੇਖੋ ਹੁਣ ਵੇਖੋ ਆਮ ਸਾਡੇ ਸਮਾਜ ਵਿੱਚ ਜਦੋਂ ਕੋਈ ਬੰਦਾ ਚੜ੍ਹਾਈ ਕਰਦਾ ਹੈ, ਉਦੋਂ ਕਹਿਣਗੇ ਵਿਰਾਗਮਈ ਸ਼ਬਦ ਪੜ੍ਹੋ। ਜਦੋਂ ਕਿਸੇ ਦੇ ਘਰ ਕੋਈ ਖੁਸ਼ੀ ਦਾ ਫੰਕਸ਼ਨ ਹੈ, ਕਹਿਣਗੇ ਖੁਸ਼ੀ ਵਾਲੇ ਸ਼ਬਦ ਪੜ੍ਹੋ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਕੀਤਾ ਲੋੜੀਏ ਕੰਮ ਸਵਾਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ। ਅਸੀਂ ਬਾਣੀ ਵੀ ਆਪਣੇ ਹਿਸਾਬ ਨਾਲ ਵੰਡ ਲਈ। ਨੌਵੇਂ ਪਾਤਸ਼ਾਹ ਦੀ ਬਾਣੀ ਆਮ ਹੀ ਸਾਡੇ ਜਿਹੜੇ ਪਿੰਡਾਂ ਵਿੱਚ ਕਹਿ ਦਿੰਦੇ ਨੇ ਇਹ ਵਿਰਾਗਮਈ ਸ਼ਬਦ ਹੈ। ਉਹ ਭਲੇ ਉਹ ਬਾਣੀ ਸਾਰੀ ਸਾਡੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਹੈ। ਗੁਰਦੇਵ ਨੇ ਬਾਣੀ ਲਿਖਣ ਵਕਤ ਇਹ ਨਹੀਂ ਸੀ ਆਖਿਆ ਆਹ ਖੁਸ਼ੀ ਦੇ ਗੀਤ ਨੇ, ਆਹ ਗਮੀ ਦੇ ਗੀਤ ਨੇ, ਆਹ ਖੁਸ਼ੀ ਵਾਲੇ। ਹੁਣ ਤੁਸੀਂ ਮੰਨ ਲਓ ਕਿਸੇ ਦੇ ਘਰ ਪ੍ਰਾਣੀ ਚੜ੍ਹਾਈ ਕੀਤਾ ਹੋਵੇ, ਤੁਸੀਂ ਆਹ ਸ਼ਬਦ ਪੜ੍ਹ ਦਿਓ ਉੱਥੇ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਅਗਲੇ ਦੇ ਪਿੱਟ ਸਿਆਪਾ ਪਾ ਕੇ ਬਹਿ ਜਾਣਾ ਵੀ ਸਾਡੇ ਘਰ ਮੌਤ ਹੋਈ ਹੈ, ਤੁਸੀਂ ਇਹ ਸ਼ਬਦ ਕੋ ਪੜ੍ਹਿਆ। ਪਰ ਜੇ ਉਹਨਾਂ ਨੂੰ ਇਹ ਪੁੱਛੇ ਵੀ ਜਦੋਂ ਤੁਹਾਡੇ ਘਰ ਪਾਠ ਰੱਖਿਆ ਸੀ ਇਹ ਸ਼ਬਦ, ਉਦੋਂ ਬਾਣੀ ਦੇ ਪਾਠ ਵਿੱਚ ਕੀਤਾ ਗਿਆ ਨਾ? ਜਵਾਨ ਪੁੱਤ ਦੀ ਡੈਥ ਹੋਈ ਹੋਵੇ, ਪਾਠ ਰਖਾਇਆ ਹੋਵੇ ਘਰ 'ਚ, ਲਾਵਾਂ ਦਾ ਪਾਠ ਨਹੀਂ ਆਉਂਦਾ? 773 ਅੰਗ ਤੇ ਲਾਵਾਂ ਦਾ ਪਾਠ ਤੁਸੀਂ ਉਸ ਟਾਈਮ ਬਾਹਰ ਕੱਢ ਦਿੰਦੇ ਹੋ। ਘਰ ਦੇ ਵਿੱਚ ਖੁਸ਼ੀ ਦਾ ਸਮਾਗਮ ਹੋਵੇ, ਪੁੱਤਰ ਦਾ ਆਨੰਦ ਕਾਰਜ ਹੋਵੇ, ਤਾਂ ਵੀ ਪਾਠ ਕਰਾਇਆ ਜਾਂਦਾ ਹੈ।
ਉਦੋਂ ਇਹ ਸ਼ਬਦ ਨਹੀਂ ਆਉਂਦੇ, ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ ਵੇਖੋ ਬੰਦਾ ਚੱਲਿਆ ਚੌਂ ਜਾਣਿਆਂ ਦੇ ਕੰਨ। ਇਹ ਸ਼ਬਦ ਉਦੋਂ ਆਪਾਂ ਬਾਹਰ ਕੱਢ ਦਿੰਦੇ ਹਾਂ। ਬਾਣੀ ਤਾਂ ਫਿਰ ਵੀ ਸਾਡੇ ਘਰ, ਜੇ ਗ੍ਰੰਥ ਰਾਗੀ ਸਿੰਘ ਨੇ ਜਾਂ ਕਿਸੇ ਕੀਰਤਨੇ ਸਿੰਘ ਨੇ ਹਾਰਮੋਨੀਅਮ ਦੇ ਨਾਲ ਗਾ ਕੇ ਸਾਜ਼ਾਂ ਨਾਲ ਪੜ੍ਹਤਾ ਤੇ ਗੁੱਸਾ ਕਰਨਾ ਸੀ। ਪਾਠ ਦੇ ਵਿੱਚ ਉਹ ਪਾਠ ਸ਼ਬਦ ਪੜ੍ਹਿਆ ਗਿਆ, ਉਦੋਂ ਕੋਈ ਪ੍ਰੋਬਲਮ ਨਹੀਂ ਹੈ। ਇਹ ਵਹਿਮ ਨੇ, ਇੱਦਾਂ ਦੇ ਸਾਡੇ ਦਿਮਾਗ ਵਿੱਚ ਵਹਿਮ ਖੜੇ ਕੀਤੇ ਗਏ ਨੇ। ਉਹ ਇਹ ਵਹਿਮ ਕਿਉਂ ਨੇ? ਕਿਉਂਕਿ ਅਸੀਂ ਬਾਣੀ ਦੀ ਵਿਚਾਰ ਸਮਝੀ ਨਹੀਂ ਹੈ, ਸਾਨੂੰ ਗੁਰਬਾਣੀ ਬਾਰੇ ਪਤਾ ਹੀ ਨਹੀਂ ਹੈ। ਹੁਣ ਇੱਥੇ ਗੁਰਦੇਵ ਜੀ ਕਹਿੰਦੇ ਨੇ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਬਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਮੈਂ ਉਸ ਸੋਹਲੇ ਤੋਂ, ਮੈਂ ਉਸ ਖੁਸ਼ੀ ਦੇ ਗੀਤੋਂ ਕੁਰਬਾਨ ਜਾਨਾ ਜਿਹਨੂੰ ਸੁਣ ਕਰਕੇ ਮੇਰੇ ਅੰਦਰ ਨੂੰ ਸਦਾ ਸਕੂਨ ਮਿਲਦਾ ਹੈ। ਇਹ ਪਹਿਲੇ ਸ਼ਬਦ ਦਾ ਰਹਾਉ ਵਾਲਾ ਬੰਦ ਹੈ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਂ। ਜੈ ਘਰ, ਜਿਸ ਹਿਰਦੇ ਰੂਪੀ ਘਰ ਵਿੱਚ ਸਿਫਤ ਸਲਾਹ ਕੀਤੀ ਜਾਂਦੀ, ਉਹਦੀ ਕਰਤੇ ਦੀ ਵਡਿਆਈ ਹੁੰਦੀ ਹੈ। ਸੋ ਘਰ, ਤੂੰ ਵੀ ਉੱਦਾਂ ਆਪਣਾ ਘਰ ਸੰਭ ਵਡਾਈ ਤੋਂ। ਇਹਦੇ ਵਿੱਚ ਤੇਰੀ ਵਡਿਆਈ ਹੈ, ਇਹਦੇ ਵਿੱਚ ਤੇਰੀ ਭਲਾਈ ਹੈ। ਵਡਾਈ ਤੋਂ ਇਹਦਾ ਅਰਥ ਹੈ ਇਹਦੇ ਵਿੱਚ ਹੀ ਤੇਰਾ ਫਾਇਦਾ ਹੈ। ਹੁਣ ਦੱਸੋ, ਇਹ ਮੁਰਦੇ ਨੂੰ ਕਹਿ ਰਹੇ ਨੇ ਮਹਾਰਾਜ, ਜਿਹਦੇ ਸੰਸਕਾਰ ਲਈ ਆਪਾਂ ਇਕੱਠੇ ਹੋਏ। ਇਹ ਗੱਲ ਉਹਨੂੰ ਕਹੀ ਜਾ ਰਹੀ ਹੈ ਭਲਾ, ਇਹ ਗੱਲ ਉਹਨਾਂ ਨੂੰ ਕਹੀ ਜਾ ਰਹੀ ਹੈ ਜਿਹੜੇ ਦੇਹ ਨੂੰ ਲਾਂਬੂ ਲਾਉਣ ਆਏ ਨੇ, ਜਿਹੜੇ ਉਹਦੇ ਪਿੱਛੇ ਆਏ ਨੇ। ਭਾਈ ਆਹ ਵੇਖ ਲਓ, ਆਪਣੀ ਜ਼ਿੰਦਗੀ ਨੂੰ ਸਵਾਰ ਲਓ, ਅਜੇ ਵੀ ਤੁਹਾਡੇ ਕੋਲ ਮੌਕਾ ਹੈ, ਸਮਾਂ ਹੈ। ਵੈਸੇ ਮੈਂ ਤਾਂ ਆਪਣੀ ਜ਼ਿੰਦਗੀ 'ਚ ਕਈ ਵਾਰੀ ਨੋਟ ਕਰ ਦੇਣਾ ਵੀ ਜਦੋਂ ਵੀ ਤੁਹਾਨੂੰ ਸ਼ਮਸ਼ਾਨ ਭੂਮੀ 'ਚ ਕਿਸੇ ਬੰਦੇ ਦੇ ਪਿੱਛੇ ਜਾਣਾ ਪਵੇ, ਕਿਸੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਦੇ, ਉੱਥੋਂ ਇੱਕ ਮੈਸੇਜ ਮਿਲਦਾ ਸਾਨੂੰ, ਸੁਨੇਹਾ, ਪਤਾ ਕਿਹੜਾ? ਵੀ ਜੇ ਮੈਂ ਨਹੀਂ ਰਿਹਾ ਤੇ ਰਹਿਣਾ ਤੁਸੀਂ ਵੀ ਨਹੀਂ ਜੇ। ਤਿਆਰੀ ਕਰ ਲਓ, ਅੱਜ ਤੋਂ ਚੰਗੇ ਕੰਮ ਕਰਨੇ ਸ਼ੁਰੂ ਕਰ ਦਿਓ। ਹੁਣ ਇੱਥੇ ਗੁਰਦੇਵ ਜੀ ਕੀ ਕਹਿੰਦੇ ਨੇ? ਬਾਬਾ ਜੈ ਘਰ, ਜਿਸ ਹਿਰਦੇ ਰੂਪੀ ਘਰ ਵਿੱਚ ਕਰਤੇ ਕੀਰਤ ਹੋਏ। ਕਰਤੇ ਦੀ ਕੀਰਤੀ ਹੁੰਦੀ, ਸੋ ਘਰ, ਉਹ ਘਰ। ਇੱਦਾਂ ਤੂੰ ਵੀ ਆਪਣਾ ਘਰ ਬਚਾ ਲਾ, ਆਪਣੇ ਹਿਰਦੇ ਨੂੰ ਸਾਂਭ ਲਾ। ਤੂੰ ਵੀ ਇੱਦਾਂ ਆਪਣੇ ਅੰਦਰ ਉਹ ਸੱਚ ਦੀ ਵਿਚਾਰ ਲੈ ਆ। ਸੋ ਘਰ ਰਾਖ ਵਡਾਈ ਤੋਏ। ਇਸ ਕਰਕੇ ਤੂੰ ਵੀ ਉਸੇ ਤਰ੍ਹਾਂ ਆਪਣੇ ਹਿਰਦੇ ਰੂਪੀ ਘਰ ਦੀ ਸੰਭਾਲ ਕਰ, ਇਹਦੇ ਵਿੱਚ ਹੀ ਤੇਰੀ ਵਡਿਆਈ ਹੈ, ਇਹਦੇ ਵਿੱਚ ਹੀ ਤੇਰਾ ਫਾਇਦਾ। ਫਿਰ ਅੱਗੇ ਕਹਿੰਦੇ ਕੈਸੀ ਆਰਤੀ ਹੋਏ, ਇਸ ਸ਼ਬਦ ਦਾ, ਇਹ ਤੀਸਰਾ ਸ਼ਬਦ ਹੈ, ਤੀਸਰੇ ਸ਼ਬਦ ਦਾ ਰਹਾਉ ਵਾਲਾ ਬੰਦ। ਕੈਸੀ ਆਰਤੀ ਹੋਏ ਭਵ ਖੱਡਣਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ। ਹੁਣ ਕੈਸੀ ਆਰਤੀ ਹੋਏ, ਕਿੱਦਾਂ ਦੀ ਤੇਰੀ ਆਰਤੀ ਹੋ ਰਹੀ ਹੈ? ਆਪਣੇ ਆਪ 'ਚ ਹੋ ਰਹੀ ਹੈ। ਹਵਾ ਚੌਰ ਕਰੀ ਜਾਂਦੀ ਹੈ, ਮਲਿਆਲਾ ਪਰਬਤ ਵੱਲੋਂ ਸੁਗੰਧੀਆਂ ਆਈ ਜਾਂਦੀਆਂ ਨੇ, ਹਵਾ ਚੌਰ ਕਰੀ ਜਾ ਰਹੀ ਹੈ। ਕੈਸੀ ਆਰਤੀ ਹੋ, ਕਿੱਦਾਂ ਦੀ ਤੇਰੀ ਆਰਤੀ? ਹੁਣ ਇਹ ਮੁਰਦੇ ਨੂੰ ਕਹਿ ਰਹੇ ਨੇ। ਇਹ ਜਿਉਂਦੇ ਬੰਦੇ ਵਾਸਤੇ ਬੰਦਿਆ, ਹੋ ਰਹੀ ਆਰਤੀ ਵਿੱਚ ਸ਼ਾਮਲ ਹੋ ਜਾ, ਹੋ ਰਹੀ ਆਰਤੀ ਵਿੱਚ ਸ਼ਾਮਲ ਹੋ ਜਾ। ਇੱਕ ਇੱਕ ਸ਼ਬਦ, ਇੱਕ ਇੱਕ ਜਿਹੜੀ ਵਿਚਾਰ ਹੈ, ਉਹ ਸਾਡੇ ਜਿਉਂਦੇ ਜੀ ਸਾਡੇ ਵਾਸਤੇ। ਉਹ ਪਾਸ਼ਾ ਫਿਰ ਇੱਦਾਂ ਹੀ ਕਹਿੰਦੇ ਨੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਆਮ ਸਾਡਾ ਪਾਪ ਤੇ ਪੁੰਨ ਦੀ ਆਪਾਂ ਗੱਲ ਕਰਦੇ, ਕਹਿੰਦੇ ਇੱਥੇ ਸਭ ਤੋਂ ਵੱਡਾ ਪੁੰਨ ਪਤਾ ਕਿਹੜਾ? ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਆਪਣੇ ਗੁਰੂ ਅੱਗੇ ਡੰਡੌਤ ਕਰ, ਆਪਣੇ ਗੁਰੂ ਅੱਗੇ ਝੋਲੀ ਅੱਡ, ਆਪਣੇ ਗੁਰੂ ਕੋਲੋਂ ਸਿੱਖਿਆ ਲੈ। ਇਹ ਸਭ ਤੋਂ ਵੱਡਾ ਪੁੰਨ ਹੈ ਜ਼ਿੰਦਗੀ ਦਾ। ਕਰ ਡੰਡੌਤ ਪੁੰਨ ਵੱਡਾ ਹੈ। ਆਪਣੇ ਗੁਰੂ ਅੱਗੇ ਡੰਡੌਤ ਕਰਨੀ ਸਭ ਤੋਂ ਵੱਡਾ ਜ਼ਿੰਦਗੀ ਦਾ ਪੁੰਨ। ਹੁਣ ਦੱਸੋ, ਡੰਡੌਤ ਜਿਉਂਦੇ ਨੇ ਕਰਨੀ ਹੈ ਕਿ ਮੁਰਦੇ ਨੇ? ਜਿਹੜੀ ਨਮਸਕਾਰ ਹੈ ਉਹ ਜਿਉਂਦੇ ਕਰਨੀ ਕਿ ਮੁਰਦੇ ਨੇ? ਕਈ ਮੁਰਦਿਆਂ ਨੂੰ ਵੀ ਮੱਥਾ ਟਿਕਾਉਣ ਗੁਰਦੁਆਰਿਆਂ ਜਾ ਕੇ ਜਾਂਦੇ ਨੇ। ਸਾਨੂੰ ਅੱਜ ਵੀ ਯਾਦ ਹੈ, ਇੱਕ ਵਾਰ ਅਸੀਂ ਰਾਜਸਥਾਨ ਵਿੱਚ ਸਮਾਗਮ ਕਰਨ ਗਏ ਸੀ, ਅਤੇ ਦਿਨ ਦਾ ਸਮਾਗਮ ਸੀ। ਸਿੱਖੀ ਲਹਿਰ ਦੀ ਸਾਰੀ ਟੀਮ ਅਸੀਂ ਉੱਥੇ ਗਏ, ਦਿਨ ਦਾ ਗੁਰਮਤਿ ਸਮਾਗਮ ਸੀ। ਉਹ ਗ੍ਰੰਥੀ ਸਿੰਘ ਸਾਨੂੰ ਕਹਿਣ ਲੱਗ ਪਏ, ਭਾਈ ਸਾਹਿਬ ਜੀ ਥੋੜ੍ਹਾ ਜਿਹਾ ਨਾ ਆਪਾਂ ਸਮਾਗਮ ਲੇਟ ਕਰ ਲਈਏ, ਕਿ ਸੰਗਤ ਥੋੜ੍ਹੀ ਲੇਟ ਆਉਣੀ। ਅਸੀਂ ਕਿਹਾ ਠੀਕ ਹੈ। ਅਸੀਂ ਕਿਸੇ ਦੇ ਇੱਦਾਂ ਪਾਸੇ ਪਰਿਵਾਰ ਦੇ ਕੋਲ ਬੈਠੇ ਜਲ ਪਾਣੀ ਛਕ ਰਿਹਾ ਸੀ। ਥੋੜ੍ਹਾ ਅਸੀਂ ਜਦੋਂ ਸਾਰਾ ਸਮਾਗਮ ਜਿਹੜਾ ਸੀ ਉਹ ਸ਼ੁਰੂ ਹੋਣਾ ਸੀ, ਅਸੀਂ ਗੁਰਦੁਆਰੇ ਨੂੰ ਜਾ ਰਹੇ ਸੀ, ਅਤੇ ਗੇਟ ਅੱਗੇ ਕਾਫੀ ਰਸ਼। ਸਾਡੇ ਸਿੰਘ ਆਪਸ ਵਿੱਚ ਅਸੀਂ ਗੱਲਾਂ ਕਰੀਏ ਕਿ ਵੀ ਤੁਸੀਂ ਕਹਿੰਦੇ ਸੰਗਤ ਨਹੀਂ ਆਉਣੀ, ਸੰਗਤ ਦਾ ਤਾਂ ਵੇਖੋ ਕਿੰਨਾ ਰਸ਼ ਹੈ, ਸੰਗਤ ਤਾਂ ਜਾ ਰਹੀ ਹੈ ਗੁਰਦੁਆਰੇ ਨੂੰ। ਉਹ ਗ੍ਰੰਥੀ ਸਿੰਘ ਹੱਸ ਕਹਿੰਦੇ, ਨਹੀਂ ਭਾਈ ਸਾਹਿਬ ਜੀ, ਇਹ ਅਸਲ 'ਚ ਨਾ ਪਿੰਡ 'ਚ ਇੱਕ ਬੰਦੇ ਦੀ ਡੈਥ ਹੋਈ ਹੈ, ਉਹਦੀ ਡੈੱਡ ਬੋਡੀ ਨੂੰ ਮੱਥਾ ਟਿਕਾਉਣ ਆਏ ਗੁਰਦੁਆਰੇ। ਰਾਜਸਥਾਨ ਦੀ ਗੱਲ ਹੈ। ਹੁਣ ਤੁਸੀਂ ਆਪ ਸੋਚ ਕੇ ਵੇਖੋ। ਉਹ ਗ੍ਰੰਥੀ ਸਿੰਘ ਆਪ ਹੀ ਹੱਸ ਕੇ ਕਹਿਣ ਲੱਗ ਪਏ, ਕਹਿੰਦੇ ਵੀ ਜਿੰਨੇ ਸਾਲ ਮੈਨੂੰ ਇਸ ਪਿੰਡ ਵਿੱਚ ਆਏ ਨੂੰ ਹੋ ਗਏ ਨੇ, ਮੈਂ ਇਸ ਬੰਦੇ ਨੂੰ ਜਿਉਂਦੇ ਗੁਰਦੁਆਰੇ ਆਉਂਦੇ ਨਹੀਂ ਵੇਖਿਆ। ਪਰ ਅੱਜ ਵੇਖੋ ਪਰਿਵਾਰ ਦੀ ਜਿੱਦ ਕਿ ਡੈੱਡ ਬੋਡੀ ਨੂੰ ਗੁਰਦੁਆਰੇ ਲੈ ਕੇ ਆ ਰਹੇ ਨੇ। ਅੱਛਾ ਹੁਣ ਦੱਸਿਓ, ਜਿਉਂਦੇ ਬੰਦੇ ਨੇ ਝੁਕਣਾ ਕਿ ਮੁਰਦੇ ਨੂੰ ਝੁਕਾਉਣਾ? ਮੁਰਦੇ ਨੂੰ ਅਸੀਂ ਝੁਕਾ ਰਹੇ ਹਾਂ ਧੱਕੇ ਨਾਲ, ਮੁਰਦੇ ਨੂੰ ਲੈ ਕੇ ਜਾ ਰਹੇ ਹਾਂ ਅਸੀਂ ਗੁਰਦੁਆਰੇ। ਤੇ ਬਾਣੀਆਂ ਦੀ, ਜੇ ਮ੍ਰਿਤਕ ਕੋ ਚੰਦਨ ਚੜਾਵੇ, ਉਸ ਤੇ ਕਹੋ ਕਮਨ ਫਲ ਪਾਵੇ, ਜੇ ਮ੍ਰਿਤਕ ਕੋ ਵਿਸ਼ਟਾ ਮਾਹਿ ਰਲਾਈ, ਤਾਂ ਮ੍ਰਿਤਕ ਕਾ ਕਿਆ ਘਟ ਜਾਈ।
ਵੀ ਜੇ ਤੁਸੀਂ ਮੁਰਦੇ ਦੇ ਉੱਤੇ ਚੰਦਨ ਦਾ ਲੇਪ ਕਰ ਦਿਓਗੇ ਇਹਦੇ ਨਾਲ ਮੁਰਦੇ ਦਾ ਫਾਇਦਾ ਕੋਈ ਨਹੀਂ, ਜੇ ਤੁਸੀਂ ਮੁਰਦੇ ਨੂੰ ਵਿਸ਼ਟਾ 'ਚ ਰਲਾ ਦਿਓਗੇ ਇਹਦੇ ਨਾਲ ਉਹਦਾ ਅਪਮਾਨ ਕਾਹਦਾ ਹੋਣਾ। ਉਹ ਤਾਂ ਸਾਨੂੰ ਹੁੰਦਾ ਵੀ ਸਾਡਾ ਪਾਪਾ ਜੀ ਹੈ, ਸਾਡਾ ਭਰਾ ਹੈ, ਸਾਡੇ ਰਿਸ਼ਤੇਦਾਰ ਨੇ, ਸਾਡੀ ਮੰਮੀ ਹੈ, ਸਾਡਾ ਪਰਿਵਾਰ ਦਾ ਕੋਈ ਮੈਂਬਰ ਹੈ, ਉਹ ਤਾਂ ਸਾਨੂੰ ਲੱਗਦਾ ਹੈ। ਜਿਉਂਦੇ ਜੀ ਭਾਵੇਂ ਅਸੀਂ ਉਹਨਾਂ ਰਿਸ਼ਤਿਆਂ ਦੀ ਕਦਰ ਨਾ ਕਰੀਏ, ਪਰ ਮਰਨ ਤੋਂ ਬਾਅਦ ਅਸੀਂ ਆਂਚ ਨਹੀਂ ਆਉਣ ਦਿੰਦੇ। ਫੁੱਲ ਐ ਸੋਹਣਾ ਲਿਆ ਕੇ ਖੱਫਣ ਪਾਵਾਂਗੇ, ਕਈ ਤਾਂ ਪਕਾਨੇ ਤੱਕ ਬੰਨ੍ਹਦੇ ਆ, ਫੁੱਲਾਂ ਦੀ ਵਰਖਾ ਕਰਦੇ, ਕੋਈ ਵੱਡਾ ਚੜ੍ਹਾਈ ਕਰੇ ਤਾਂ ਜਿਉਂਦੇ ਭਾਵੇਂ ਉਹਨੂੰ ਬੁਲਾਇਆ ਤੱਕ ਨਾ ਹੋਵੇ। ਅੱਛਾ, ਮੁਰਦੇ ਨੂੰ ਨਵਾਉਂਦੇ ਗਾਂ ਹੋਗੇ, ਜਿਉਂਦੇ ਜਦੋਂ ਲੋੜ ਆ ਵੀ ਉਹਦਾ ਕੋਈ ਇਸ਼ਨਾਨ ਕਰਾ ਦੇ, ਉਹਨੂੰ ਕੋਈ ਪ੍ਰੋਬਲਮ ਆ, ਉਦੋਂ ਨਹੀਂ ਹੱਥ ਲਾਉਣਾ ਲਾਗੇ ਜਾ ਕੇ। ਜਦੋਂ ਡੈਥ ਹੋ ਗਈ ਫੇਰ ਭੱਜ ਕੇ ਜਾਣਾ, ਉਦੋਂ ਤਾਂ ਕਹਿਣਾ ਮੇਰਾ ਹੱਥ ਲੱਗ ਲਿਆ, ਕੁੜੀ ਦਾ ਹੱਥ ਲੜਕੀ ਦਾ ਹੱਥ ਲੱਗ ਲੈਣ ਦਿਓ ਇੱਕ ਵਾਰੀ, ਬੀਬੀ ਜੀ ਨੂੰ, ਸੱਸ ਨੂੰ ਇੱਕ ਵਾਰ ਨੂੰਹ ਦਾ ਹੱਥ ਲੱਗ ਲੈਣ ਦਿਓ। ਹੁਣ ਹੱਥ ਲਾ ਕੇ ਕੀ ਕਰਨਾ, ਹੁਣ ਤਾਂ ਮਿੱਟੀ ਹੈ ਵੀ। ਔਰ ਸਾਡੀਆਂ ਜਿਹੜੀਆਂ ਭਾਵਨਾਵਾਂ ਇੱਦਾਂ ਜੁੜੀਆਂ ਹੁੰਦੀਆਂ ਸੀ ਉਸ ਵਕਤ, ਐਂ ਲੋਕਾਂ ਨੂੰ ਵਿਖਾਉਂਦੇ ਵੀ ਜਿੰਨਾ ਦੁੱਖ ਤਕਲੀਫ ਮੈਨੂੰ ਆ ਕਿਸੇ ਹੋਰ ਨੂੰ ਹੈ ਹੀ ਨਹੀਂ। ਉਹ ਤੋਂ ਖੈਰ ਇਹ ਜਿਹੜੇ ਸ਼ਬਦ ਨੇ ਸਾਡੇ ਵਾਸਤੇ ਹੈ। ਇੱਥੇ ਹੁਣ ਕਹਿੰਦੇ ਨੇ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਸਭ ਤੋਂ ਵੱਡਾ ਪੁੰਨ ਪਤਾ ਕੀ ਹੈ? ਆਪਣੇ ਗੁਰੂ ਅੱਗੇ ਡੰਡੌਤ ਕਰਨੀ। ਅਤੇ ਡੰਡੌਤ ਦਾ ਅਰਥ ਕੀ ਹੈ? ਸਿਦਕ ਕਰ ਸਿਜਦਾ, ਸਿਦਕ ਹੀ ਨਮਸਕਾਰ ਹੈ, ਸਿਦਕ ਹੀ ਉਸ ਆਪਣੇ ਗੁਰੂ ਵਾਹਿਗੁਰੂ ਪ੍ਰਮਾਤਮਾ ਅੱਗੇ ਝੁਕਣਾ। ਤੋ ਪੰਜਵੇਂ ਬੰਦ ਵਿੱਚ, ਪੰਜਵੇਂ ਸ਼ਬਦ ਦੇ ਬੰਦ ਵਿੱਚ ਬੜੀ ਪਿਆਰੀ ਗੱਲ ਜਿਹੜੀ ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਉਂਦੇ ਨੇ, ਕਹਿੰਦੇ ਔਦ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਹੁਣ ਕਿਹਨੂੰ ਕਹਿ ਰਹੇ ਨੇ ਭਲਾ? ਮਨ ਗੁਰ ਮਿਲ ਕਾਜ ਸਵਾਰੇ। ਹੁਣ ਮਨ ਕਿਹਦਾ? ਮਨ ਵੀ ਜਿਉਂਦੇ ਬੰਦੇ ਕੋਲ, ਮਨ ਵਿਚਾਰਾਂ ਦਾ ਸੰਗ੍ਰਹਿ। ਹੁਣ ਜਿਹੜਾ ਮੁਰਦਾ ਉਹਦੇ ਅੱਗੇ ਵਿਚਾਰ ਨੇ। ਕਦੀ ਕੋਈ ਮੁਰਦੇ ਕੋਲੋਂ ਸਲਾਹ ਲੈਂਦਾ ਵੇਖਿਆ? ਉਹਦੇ ਕੋਲ ਹੁਣ ਮਨ ਹੀ ਹੈ ਨਹੀਂ ਅਤੇ ਵਿਚਾਰ ਹੀ ਹੈ ਨਹੀਂ। ਉਹਦੇ ਕੋਲ ਹੁਣ ਉਹਦੇ ਕੋਲ ਤੁਸੀਂ ਕਿਹੜੀ ਵਿਚਾਰ ਲਓਗੇ? ਇੱਥੇ ਮਨ ਗੁਰ ਮਿਲ ਕਾਜ ਸਵਾਰੇ। ਕਿਹਨੇ ਕਾਜ ਸਵਾਰਨੇ? ਮੁਰਦੇ ਨੇ ਕਿ ਆਪਾਂ? ਜਿਹੜੇ ਕਿਸੇ ਬੰਦੇ ਦੀ ਦੇਹ ਨੂੰ ਲਾਂਬੂ ਲਾਉਣ ਗਏ, ਉਹਨੇ ਕਾਜ, ਉਹਦੇ ਕਾਜ 'ਤੇ ਹੁਣ ਤੁਸੀਂ ਸਵਾਰ ਰਹੇ ਜੇ। ਉਹਨੇ ਤਾਂ ਅੱਜ ਇਹ ਵੀ ਨਹੀਂ ਕਹਿਣਾ ਕਿ ਮੈਨੂੰ ਇੱਥੇ ਸੰਸਕਾਰ ਕਰੋ, ਮੈਨੂੰ ਪਾਣੀ 'ਚ ਰੋੜੋ, ਮੇਰੇ 'ਤੇ ਲੱਕੜਾਂ 2 ਵੱਧ ਪਾ ਦਿਓ, ਮੇਰੇ 'ਤੇ 2 ਲੱਕੜਾਂ ਘੱਟ ਪਾ ਦਿਓ। ਹੁਣ ਤਾਂ ਇਹ ਵੀ ਨਹੀਂ ਪਤਾ ਫਿਰ ਕਿਹਨੇ ਕਾਜ ਸਵਾਰਨੇ। ਇੱਥੇ ਗੱਲ ਆਪਣੀ ਹੋ ਰਹੀ। ਮਨ ਗੁਰ ਮਿਲ, ਮਨਾ ਗੁਰੂ ਨੂੰ ਮਿਲ ਪਾ ਅਤੇ ਆਪਣੀ ਜ਼ਿੰਦਗੀ ਦਾ ਕਾਰਜ ਸਵਾਰ ਲਾ। ਇਹ ਸੋਹਲਾ ਸਾਹਿਬ ਦੇ 5 ਸ਼ਬਦ ਅਤੇ 5 ਸ਼ਬਦਾਂ ਦੇ 5 ਰਹਾਉ ਦੇ ਬੰਦ ਆਪਾਂ ਸੰਖੇਪ ਮਾਤਰ ਵਿੱਚ ਵਿਚਾਰੇ ਨੇ ਕਿ ਇਹ ਜਿਹੜਾ ਸੋਹਲੇ ਦਾ ਅਰਥ ਆ ਖੁਸ਼ੀ ਦਾ ਗੀਤ। ਜਿਹੜਾ ਖੁਸ਼ੀ ਦਾ ਗੀਤ ਆ ਨਾ, ਇਹ ਮੈਂ ਆਪਣੀ ਜ਼ਿੰਦਗੀ ਵਿੱਚ ਪੜ੍ਹਨਾ, ਆਪਣੀ ਜ਼ਿੰਦਗੀ 'ਚ ਲਾਗੂ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਇਹ ਭਾਈ ਤੁਸੀਂ ਵੀ ਮੇਰੇ ਉਸ ਨਿਰਭਉ ਪਰਮਾਤਮਾ ਦਾ ਖੁਸ਼ੀ ਵਾਲਾ ਗੀਤ ਗਾਓ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਮੈਂ ਕੁਰਬਾਨ ਜਾਨਾ ਉਸ ਖੁਸ਼ੀ ਦੇ ਗੀਤ ਤੋਂ, ਸਦਾ ਸੁਖ ਹੋਏ, ਜਿਹਦੇ ਨਾਲ ਅੰਦਰ ਨੂੰ ਸੁੱਖ ਮਿਲਦਾ, ਅੰਦਰ ਨੂੰ ਸੁੱਖ ਮਿਲਦਾ। ਹੁਣ ਇਹ ਜਿਹੜੀ ਬਾਣੀ ਹੈ, ਆਮ ਹੀ ਸਾਡੇ ਸਮਾਜ ਵਿੱਚ ਇਹ ਬਾਣੀ ਨੂੰ ਅਸੀਂ ਇੱਦਾਂ ਜੋੜ ਕੇ ਰੱਖਤਾ। ਵੈਸੇ ਤਾਂ ਅਸੀਂ ਆਪਣੇ ਲਈ, ਵੈਸੇ ਇੱਕ ਬੇਨਤੀ ਕਰਾਂ, ਜਦੋਂ ਆਪਾਂ ਰਾਤ ਨੂੰ ਸੌਂਦੇ ਹਾਂ, ਵੈਸੇ ਵੀ ਇਹਦੇ ਬਾਰੇ ਕਦੀ ਵਿਚਾਰ ਕਰਕੇ ਵੇਖੋ। ਆਪਣੇ ਸੌਣ ਤੋਂ ਪਹਿਲਾਂ ਤੁਸੀਂ ਆਪਣੇ ਮਨ ਵਿੱਚ ਜਿੱਦਾਂ ਦੇ ਵਿਚਾਰ ਲੈ ਕੇ ਸੌਂਦੇ ਹੋ ਨਾ, ਸਾਰੀ ਰਾਤ ਤੁਹਾਡਾ ਮਨ ਉਹਦੇ 'ਤੇ ਉੱਦਾਂ ਦਾ ਵਰਕ ਕਰਦਾ ਹੈ। ਜਿਹਨੂੰ ਆਪਾਂ ਅਚੇਤ ਮਨ ਅਤੇ ਸੁਚੇਤ ਮਨ ਕਹਿੰਦੇ ਹਾਂ। ਸੁਚੇਤ ਮਨ ਤਾਂ ਸਾਡੇ ਨਾਲ ਸੌਂ ਜਾਂਦਾ ਹੈ, ਪਰ ਅਚੇਤ ਮਨ ਕਦੀ ਸੌਂਦਾ ਨਹੀਂ ਹੈ। ਜਿਹੜਾ ਅਚੇਤ ਮਨ ਹੈ ਉਹ ਕਦੀ ਨਹੀਂ ਸੌਂਦਾ, ਉਹ ਕਦੀ ਰੈਸਟ ਨਹੀਂ ਕਰਦਾ। ਉਹ ਹਰ ਵਕਤ ਰਾਤ ਸੁੱਤੇ ਪਿਆ ਵੀ ਅਚੇਤ ਮਨ ਆਪਣੀ ਕੰਮ ਕਰ ਰਿਹਾ, ਉਹਦੇ 'ਤੇ ਵਰਕ ਕਰ ਰਿਹਾ। ਸੁਪਨੇ ਉੱਥੋਂ ਆਉਂਦੇ ਨੇ ਜਿਹੜੇ ਸੁਪਨੇ ਨੇ, ਕਿਉਂਕਿ ਜਦੋਂ ਅਸੀਂ ਸੌਣ ਤੋਂ ਪਹਿਲਾਂ ਜਿੱਦਾਂ ਦੇ ਤੁਹਾਡੇ ਦਿਮਾਗ 'ਚ ਖਿਆਲ ਹੋਣਗੇ, ਉੱਦਾਂ ਦੀ ਦੁਨੀਆ ਉਹਨੇ ਤੁਹਾਡੇ ਵਾਸਤੇ ਸਿਰਜ ਦੇਣੀ ਹੈ। ਤਾਂ ਮੈਂ ਕਦੀ ਸੋਚਦਾ ਕਿਤੇ ਇੱਦਾਂ ਦਾ ਵਿਧਾਨ ਐਵੇਂ ਨਾ ਵਧਾ ਗਿਆ ਹੋਵੇ ਵੀ ਕਮ ਸੇ ਕਮ ਸੌਣ ਤੋਂ ਪਹਿਲਾਂ, ਜੇ ਸਾਰੀ ਦਿਹਾੜੀ ਤੁਸੀਂ ਉੱਦਾਂ ਦੇ ਵਿਚਾਰ ਨਹੀਂ ਰੱਖ ਸਕੇ, ਕਮ ਸੇ ਕਮ ਸੌਣ ਤੋਂ ਅੱਧਾ ਘੰਟਾ, 15 ਮਿੰਟ, 20 ਮਿੰਟ ਪਹਿਲਾਂ ਤਾਂ ਆਪਣੇ ਵਿਚਾਰ ਉੱਦਾਂ ਦੇ ਬਣਾਉਣ ਦੀ ਕੋਸ਼ਿਸ਼ ਕਰੋ। ਪਰ ਅਸੀਂ ਇਹ ਵੀ ਨਾ ਜੋੜ ਸਕੇ। ਅਸੀਂ ਤਾਂ ਕੀਤਾ ਵੀ ਦਬ ਮਹਾਰਾਜ ਦੇ ਸਰੂਪ ਨਾਲ ਬਾਣੀ ਪੜ੍ਹਦੇ ਹੋ, ਘਰ ਆਣ ਕੇ 2-3 ਭੂਤਾਂ ਵਾਲੇ ਸੀਰੀਅਲ ਵੇਖੋ। ਫਿਰ ਉਹ ਭੂਤਾਂ ਵਾਲੇ ਸੀਰੀਅਲ ਵੇਖ ਕੇ ਜੇ ਘਰ 'ਚ ਕਿਤੇ ਸੀਰੀਅਲ ਵੇਖਦਿਆਂ ਲਾਈਟ ਚਲੀ ਜਾਵੇ ਨਾ, ਫਿਰ ਆਪਣੇ ਘਰ ਦੇ ਪਰਦੇ ਹਿੱਲੇ ਤੋਂ ਲੋਕ ਡਰੀ ਜਾਂਦੇ ਆ। ਨਿਆਣਾ ਤਬਕ ਜਾਂਦਾ ਜੀ ਸਾਡਾ, ਇਹਨੂੰ ਡਰ ਬੜਾ ਆਉਂਦਾ ਜੀ। ਸਾਡੀ ਲੜਕੀ ਡਰ ਜਾਂਦੀ ਹੈ ਜੀ, ਸਾਡੀ ਨੂੰਹ ਨੂੰ ਬੜਾ ਡਰ ਆਉਂਦਾ ਜੀ, ਸਾਡਾ ਲੜਕਾ ਜਿਹੜਾ ਉਹ ਬੜਾ ਡਰਦਾ ਜੀ। ਫਿਰ ਬਾਬਿਆਂ ਕੋਲ ਲੈ ਕੇ ਤੁਰ ਪੈਂਦੇ ਆ। ਇਹ ਤਬਕ ਜਾਂਦਾ ਜੀ, ਇਹਨੂੰ ਡਰ। ਵੇਖਿਆ ਤੁਸੀਂ ਕਈਆਂ ਆਹ ਰੱਖਾਂ ਕਿੱਦਾਂ ਬੱਧੀਆਂ ਹੁੰਦੀਆਂ, ਧਾਗੇ। ਤੁਸੀਂ ਵੇਖੋ ਕਈਆਂ ਨੇ ਕਾਲੇ ਧਾਗੇ ਬੱਧੇ ਹੁੰਦੇ, ਇੱਥੇ ਤਵੀਤ ਬੱਧੇ ਹੁੰਦੇ ਆ, ਗਲਾਂ 'ਚ ਧਾਗੇ ਪਾਏ ਹੁੰਦੇ ਆ, ਲੌਕਟ ਪਾਏ ਹੁੰਦੇ ਆ। ਕਾਹਦੇ ਲਈ? ਡਰ ਆਉਂਦਾ ਜੀ। ਡਰ ਹੈ ਨਾ, ਡਰ ਕਰਕੇ ਸਾਰੀ ਸਮੱਸਿਆ ਖੜੀ ਹੁੰਦੀ ਹੈ।
ਤੋ ਇੱਦਾਂ ਦੇ ਵਹਿਮ ਸਾਡੇ ਦਿਮਾਗ ਵਿੱਚ ਕਿਉਂ ਪਾਏ ਗਏ? ਕਿਉਂਕਿ ਅਸੀਂ ਗੁਰਬਾਣੀ ਦੀ ਵਿਚਾਰ ਨੂੰ ਆਪ ਨਹੀਂ ਸਮਝਿਆ। ਫਿਰ ਦੁਬਾਰਾ ਸਮਝਣਾ, ਗੁਰਬਾਣੀ ਦਾ ਇੱਕ ਇੱਕ ਸ਼ਬਦ ਸਾਡੇ ਜਿਉਂਦੇ ਜੀਵ ਨਾਲ ਸੰਬੰਧ ਰੱਖਦਾ ਹੈ। ਆਹ ਗੱਲ ਹਿਰਦਾ ਤਕੜਾ ਕਰਕੇ ਸੁਣਿਓ, ਗੁਰਬਾਣੀ ਮੁਰਦੇ ਵਾਸਤੇ ਨਹੀਂ ਹੈ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ, ਜਿਹੜੀ ਉਸ ਵਕਤ ਅਸੀਂ ਬਾਣੀ ਪੜ੍ਹਦੇ ਹਾਂ, ਉਹਦਾ ਸੰਬੰਧ ਦੁਨੀਆ ਤੋਂ ਜਾ ਚੁੱਕੇ ਪ੍ਰਾਣੀ ਨਾਲ 1% ਵੀ ਨਹੀਂ ਹੈ। ਇਹ ਗੱਲ ਮੈਨੂੰ ਪਤਾ ਡੇਰੇਦਾਰਾਂ ਨੂੰ ਹਜਮ ਨਹੀਂ ਹੋਣੀ, ਉਹਨਾਂ ਨੂੰ ਕਦੀ ਵੀ ਹਜਮ ਨਹੀਂ। ਉਹਨਾਂ ਕਹਿਣਾ ਵੇਖੋ ਜੀ ਕਿੱਦਾਂ ਦਾ, ਪਰ ਹੈ ਸੱਚ ਹੈ। ਜਿਹੜੀ ਬਾਣੀ ਕਹਿੰਦੀ ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣਿਆ ਕੋਇਲਾ। ਜਿਹੜੀ ਬਾਣੀ ਮਰਨ ਤੋਂ ਬਾਅਦ ਮੁਕਤੀ ਦੀ ਗੱਲ ਕਰਦੀ ਨਹੀਂ, ਜਿਉਂਦੇ ਜੀ ਸਾਨੂੰ ਬੰਧਨਾਂ ਤੋਂ ਮੁਕਤ ਕਰਨ ਦੀ ਗੱਲ ਦੱਸ ਰਹੀ ਹੈ। ਤੇ ਮਰਨ ਤੋਂ ਬਾਅਦ ਕਿਹੜੇ ਉਪਦੇਸ਼ ਦੀ ਗੱਲ ਆਪਾਂ ਗੱਲ ਕਰਾਂਗੇ? ਇਹ ਤੇ ਜਿਉਂਦੇ ਜੀ ਅਸੀਂ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਨੀ ਹੈ, ਜਿਉਂਦੇ ਜੀ। ਤੋ ਬਾਣੀ ਦਾ ਇੱਕ ਇੱਕ ਸ਼ਬਦ, ਇੱਕ ਇੱਕ ਵਿਚਾਰ ਇੱਦਾਂ ਦੇ ਵਹਿਮਾਂ 'ਚੋਂ ਨਿਕਲਣਾ ਹੈ ਵੀ ਆਹ ਖੁਸ਼ੀ ਦਾ ਗੀਤ ਹੈ। ਹੁਣ ਮੰਨ ਲਓ ਕਿਸੇ ਦੇ ਘਰ ਕੋਠੀ ਵੇਲੇ ਜਦੋਂ ਤੱਕ ਉਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਸ਼ਬਦ ਨਾ ਪੜ੍ਹਨ, ਘਰ ਵਾਲਿਆਂ ਨੂੰ ਤਸੱਲੀ ਥੋੜ੍ਹਾ ਹੁੰਦੀ ਹੈ। ਪੁੱਤਰ ਦਾ ਕਿਤੇ ਜਨਮ ਹੋਇਆ ਹੋਵੇ ਤੇ ਜਦੋਂ ਇੱਦਾਂ ਸ਼ਬਦ ਪੜ੍ਹਨ, ਪੂਤਾ ਮਾਤਾ ਕੀ ਅਸੀਸ, ਇੱਦਾਂ ਨਹੀਂ ਜਾਂਦਾ ਉਹਦਾ ਹੱਥ ਦਾਦੇ ਦਾ ਜੇਬ 'ਚ 500 ਦਾ ਕੀ 2000 ਦਾ ਨੋਟ ਕੱਢ ਕੇ ਇੱਦਾਂ ਰੱਖ ਦਿੰਦਾ ਵੀ ਲਓ ਜੀ ਪੂਤਾ ਮਾਤਾ ਕੀ ਅਸੀਸ, ਪੁੱਤੀ ਗੰਢ ਪਵੈ ਸੰਸਾਰ। ਉਹਨੂੰ ਇੰਝ ਲੱਗਦਾ ਲਓ ਜੀ ਮੇਰੀ ਤਾਂ ਗੰਢ ਪੈ ਗਈ ਜੀ। ਵੀ ਜਿਹੜੇ ਤੁਹਾਡੇ ਲੱਛਣ ਆ, ਗੰਢ ਰਹਿਣੀ ਕਿੱਥੋਂ? ਤੁਸੀਂ ਤਾਂ ਮਹਾਰਾਜ ਸਰੂਪ ਗੁਰਦੁਆਰੇ ਨਹੀਂ ਜਾਣ ਦੇਣਾ, ਤੇ ਉੱਥੇ ਸ਼ਰਾਬ ਚੱਲਣੀ ਆ, ਉੱਥੇ ਨਸ਼ੇ ਚੱਲਣੇ ਆ, ਪਤਾ ਨਹੀਂ ਕਿਹਨੇ ਫੈਰ ਕਰ ਦੇਣਾ, ਕੋਈ ਨਾ ਕੋਈ ਵਿੱਚੋਂ ਚੜੇ। ਤੁਸੀਂ ਵੇਖੋ ਕਿੱਦਾਂ ਕੁਝ ਵਾਪਰਦਾ। ਉੱਥੇ ਗ੍ਰੰਥੀ ਤੇ ਸਾਡੀਆਂ ਗੁਰਦੁਆਰੇ ਦੇ ਗ੍ਰੰਥੀ ਭਾਈਆਂ ਦੀਆਂ ਅਰਦਾਸਾਂ ਨਾਲ ਕਿੱਦਾਂ ਸੁੱਖ ਸ਼ਾਂਤੀ ਆਜੂ। ਸਰੂਪ ਅਜੇ ਗੁਰਦੁਆਰੇ ਨਹੀਂ ਜਾਣਾ, ਉੱਥੇ ਸ਼ਰਾਬਾਂ ਪੀਤੀਆਂ ਜਾਣੀਆਂ, ਉੱਥੇ ਬੱਕਰੇ ਬੁਲਾਏ ਜਾਣੇ ਆ, ਵੈਪਨ ਹਰ ਇੱਕ ਦੇ ਕੋਲ ਹੈਗਾ, ਜਿਹਨੇ ਕੋਈ ਫੈਰ ਕਰਤਾ ਕਿਸੇ ਦੇ ਗੋਲੀ ਵੱਜ ਜਾਣੀ ਆ, ਵਸਦੇ ਘਰ ਉੱਜੜ ਜਾਣੇ, ਤਬਾਹੀ ਬਚ ਜਾਣੀ ਆ। ਪਰ ਜਦੋਂ ਤੱਕ ਸ਼ਬਦ ਨਾ ਕਿਸੇ ਨੇ ਨਵੀਂ ਕੋਠੀ ਪਾਈ ਹੋਵੇ, ਘਰ ਪਾਇਆ ਹੋਵੇ, ਉੱਥੇ ਵੀ ਸ਼ਬਦ ਇੱਦਾਂ ਦਾ ਪੜ੍ਹਨਾ, ਘਰ ਮੰਦਰ ਸੋਹੇ ਹਟ ਨਾਲ ਹੈ। ਸਾਨੂੰ ਲੱਗਦਾ ਵੀ ਇਹ ਸ਼ਾਇਦ ਸਾਡੇ ਇੱਟਾਂ ਵਾਲੇ ਘਰਾਂ ਦੀਆਂ ਗੱਲਾਂ ਹੋ ਰਹੀਆਂ ਨੇ। ਇੱਥੇ ਪੂਤਾ ਮਾਤਾ ਕੀ ਸ਼ਾਇਦ ਇੱਥੇ ਪੁੱਤਰ ਦੀ ਗੱਲ ਹੀ ਹੋ ਰਹੀ ਹੈ। ਇਹ ਤਾਂ ਸ਼ਬਦ ਉਹਨਾਂ 'ਤੇ ਢੁਕਦਾ ਜਿਨ੍ਹਾਂ ਦੇ ਘਰਾਂ 'ਚ ਪੁੱਤਰ ਹੈਗੇ ਆ, ਜਿਨ੍ਹਾਂ ਦੇ ਘਰਾਂ 'ਚ ਔਲਾਦ ਹੈ ਹੀ ਨਹੀਂ, ਫਿਰ ਤਾਂ ਸ਼ਬਦ ਉਹਨਾਂ 'ਤੇ ਢੁਕਦਾ ਹੀ ਨਹੀਂ ਆ। ਕਿ ਗੁਰਬਾਣੀ 2-4 ਬੰਦਿਆਂ ਵੱਲ ਵੇਖ ਕੇ ਮਹਾਰਾਜ ਨੇ ਉਚਾਰਨ ਕੀਤੀ ਸੀ। ਕਿੱਥੋਂ ਤੁਰੇ ਅਸੀਂ, ਕਿੱਥੇ ਆਣ ਕੇ ਖਲੋ ਗਏ ਅਸੀਂ? ਉਹ ਸਾਧ ਸੰਗਤ ਜੀ, ਇਹ ਜਿਹੜੀ ਸੋਹਲਾ ਬਾਣੀ ਆ, ਇਹ ਸਾਡੇ ਨਾਲ ਸੰਬੰਧ ਰੱਖਦੀ ਹੈ, ਦੁਨੀਆ ਤੋਂ ਜਾ ਚੁੱਕੇ ਪ੍ਰਾਣੀ ਨਾਲ ਸੰਬੰਧ। ਤਾਂ ਮੈਂ ਕਈ ਵਾਰੀ ਮਹਿਸੂਸ ਕਰਦਾ ਜਦੋਂ ਪ੍ਰਾਣੀ ਚੜ੍ਹਾਈ ਕਰਦਾ, ਜਦੋਂ ਆਪਾਂ ਜਾ ਕੇ ਮੜੀਆਂ 'ਚ ਪੜ੍ਹਦੇ ਹਾਂ, ਸ਼ਾਇਦ ਇਸੇ ਕਰਕੇ ਜਦੋਂ ਮਰਿਆਦਾ ਬਣਾਈ ਗਈ ਉਹਦੇ ਵਿੱਚ ਉਹਨਾਂ ਵਿਦਵਾਨਾਂ ਨੇ, ਉਹਨਾਂ ਵਿਚਾਰਵਾਨਾਂ ਨੇ ਤਾਂ ਹੀ ਅੰਕਿਤ ਕੀਤੀ ਹੋਵੇ ਵੀ ਕਮ ਸੇ ਕਮ ਜਦੋਂ ਤੁਸੀਂ ਉੱਥੇ ਜਾਣਾ, ਕਈ ਵਾਰੀ ਜਵਾਨ ਪੁੱਤ ਦੀ ਡੈਥ ਹੋਈ ਹੁੰਦੀ ਹੈ, ਪਰਿਵਾਰ ਦੇ ਮਨ ਡੋਲੇ ਹੁੰਦੇ ਨੇ, ਬਾਣੀ ਸਾਡੇ ਮਨ ਨੂੰ ਹੌਸਲਾ ਦਿੰਦੀ ਹੈ। ਜਿਉਂ ਮੰਦਰ ਕੋ ਥਾਮੇ ਥੰਮਣ, ਜੋ ਗੁਰ ਕਾ ਸ਼ਬਦ ਮਨੇ ਅਸਤਮਨ। ਗੁਰੂ ਦਾ ਸ਼ਬਦ ਸਾਡੇ ਮਨ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਦਾ, ਸਾਡੇ ਮਨ ਨੂੰ ਹੌਸਲਾ ਤੇ ਤਕੜਾ ਕਰਦਾ। ਜਦੋਂ ਸਾਡਾ ਮਨ ਵਿਕਾਸ ਵਿੱਚ ਆਏਗਾ, ਸਾਡਾ ਮਨ ਖੇੜੇ ਵਿੱਚ ਆਏਗਾ, ਸਾਡੇ ਮਨ ਨੂੰ ਹੌਸਲਾ ਗੁਰਬਾਣੀ ਦੀ ਵਿਚਾਰ ਵਿੱਚੋਂ ਮਿਲਣਾ ਹੈ। ਤਾਂ ਸ਼ਾਇਦ ਇਸੇ ਕਰਕੇ ਉਹਨਾਂ ਵਿਚਾਰਵਾਨਾਂ ਨੇ ਗੱਲ ਉਦੋਂ ਨਾਲ ਜੋੜੀ ਹੋਵੇ ਕਿ ਜਦੋਂ ਆਪਾਂ ਉੱਥੇ ਦੇਹ ਦਾ ਸੰਸਕਾਰ ਕਰਨ ਜਾਣਾ ਵਾ, ਉੱਥੇ ਸਾਈਡ 'ਤੇ ਬੈਠ ਕੇ ਤੁਸੀਂ ਸੋਹਲਾ ਸਾਹਿਬ ਦੀ ਬਾਣੀ ਦਾ ਪਾਠ ਕਰੋ। ਪਰ ਅੱਜ ਕਿੰਨਿਆਂ ਨੂੰ ਇਹਦੇ ਅਰਥ ਆਉਂਦੇ ਨੇ? ਜੇ ਅਰਥ ਆਉਂਦੇ ਹੁੰਦੇ ਤਾਂ ਅਸੀਂ ਆਰਤੀਆਂ ਕਰਦੇ, ਸ਼ਬਦ ਉਹ ਪੜ੍ਹ ਕੇ ਅਸੀਂ ਥਾਲ ਘਮਾਉਂਦੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਬੰਨੇ। ਹੁਣ ਤੁਸੀਂ 5 ਸ਼ਬਦਾਂ ਦੀ ਆਪਾਂ ਰਹਾਉ ਦੇ ਬੰਦ ਦੀ ਵਿਚਾਰ ਜਿਹੜੀ ਸੰਖੇਪ ਸ਼ਬਦਾਂ ਵਿੱਚ ਕੀਤੀ। ਤੋ ਇਹ ਗੁਰਦੇਵ ਜੀ ਨੇ ਇਹ 'ਚ ਹਵਾਲੇ ਦੇ ਕੇ ਸਮਝਾਇਆ, ਜਿਵੇਂ ਇੱਕ ਲੜਕੀ ਨੂੰ ਮਾਈਏ ਪਾਇਆ ਜਾਂਦਾ ਸੀ ਵਿਆਹ ਤੋਂ ਪਹਿਲਾਂ। ਇਹ ਨਿਸ਼ਾਨੀ ਸੀ ਕਿ ਹੁਣ ਇਹਨੇ ਵਿਆਹੀ ਜਾਣਾ, ਇਹਨੇ ਸਹੁਰੇ ਘਰ ਚਲੀ ਜਾਣਾ, ਇਹਦੀ ਤਿਆਰੀ ਕਰਵਾਈ ਜਾ ਰਹੀ ਹੈ ਕਿ ਇਹਨੇ ਹੁਣ ਆਪਣਾ ਪੇਕਾ ਘਰ ਛੱਡ ਕੇ ਸਹੁਰੇ ਘਰ ਜਾਣਾ ਹੈ। ਇੱਦਾਂ ਹੀ ਇਸ ਜੀਵ ਇਸਤਰੀ ਦੀ ਤਿਆਰੀ ਹੋਵੇ, ਆਪਣੀ ਤਿਆਰੀ ਕਰ ਕਿ ਤੂੰ ਆਪਣਾ ਪੇਕਾ ਘਰ ਪਾਵਾ, ਆਪਣਾ ਸੰਸਾਰੀ ਪੱਖ ਛੱਡ ਕੇ ਗੁਰੂ ਵਾਲੇ ਬੰਨੇ ਤੁਰ। ਗੁਰੂ ਵਾਲਾ ਪਾਸਾ ਸਾਡਾ ਸਹੁਰਾ ਘਰ ਹੈ, ਸੰਸਾਰ ਸਾਡਾ ਪੇਕਾ ਘਰ ਹੈ। ਹਰ ਇੱਕ ਲੜਕੀ ਗੁਰੂ ਦੇ ਮਿਲਾਪ, ਜਿਵੇਂ ਆਪਾਂ ਹੁਣ ਬਹੁਤ ਨੇ, ਧਿਆਨ ਨਾਲ ਸੁਣਿਆ ਇਸ ਗੱਲ ਨੂੰ, ਦੁਨਿਆਵੀ ਤੌਰ 'ਤੇ ਬਹੁਤ ਨੇ ਜਿਹੜੇ ਆਨੰਦ ਕਾਰਜ ਨਹੀਂ ਕਰਾਉਂਦੇ, ਕਈ ਲੜਕੇ ਵੀ ਹੈਗੇ, ਕਈ ਲੜਕੀਆਂ ਵੀ ਵਿਆਹ ਨਹੀਂ ਕਰਾਉਂਦੀਆਂ। ਪਰ ਇਹ ਜਿਹੜਾ ਸੱਚ ਨਾਲ ਮਿਲਾਪ ਹੈ ਨਾ, ਦੁਨੀਆ ਦਾ ਹਰ ਬੰਦਾ ਹਾਸਲ ਕਰ ਸਕਦਾ। ਉਹ ਕਰੇ ਨਾ ਕਰੇ, ਮਰਜ਼ੀ ਉਹਦੀ ਆਪਣੀ। ਇਹ ਗੱਲ ਚੇਤਾ ਰੱਖਿਓ, ਗੁਰੂ ਨਾਲ ਜੁੜਨਾ ਸਹੁਰੇ ਵਾਲਾ ਪਾਸਾ, ਪਤੀ ਵਾਲਾ ਪਾਸਾ। ਜਦੋਂ ਅਸੀਂ ਗੁਰੂ ਵਾਲੇ ਬਣਦੇ ਹਾਂ, ਸੱਚ ਨਾਲ ਸਾਂਝ ਪਾਉਂਦੇ ਹਾਂ, ਇਹ ਸਾਡਾ ਸਹੁਰਾ ਘਰ ਹੈ, ਸੰਸਾਰ ਸਾਡਾ ਪੇਕਾ ਘਰ ਹੈ।
ਤੁਸੀਂ ਵੇਖੋ ਜਦੋਂ ਲੜਕੀ ਵਿਆਹੀ ਜਾਂਦੀ ਹੈ ਸਹੁਰੇ ਘਰ ਚਲੀ ਜਾਂਦੀ ਹੈ, ਸਹੁਰੇ ਘਰ ਉਹ ਰਹਿੰਦੀ ਹੈ, ਜੇ ਕਿਤੇ ਇੱਕ ਅੱਧੀ ਰਾਤ ਪੇਕੇ ਘਰ ਵੀ ਆਵੇ ਪਰ ਧਿਆਨ ਉਹਦਾ ਸਹੁਰੇ ਪਰਿਵਾਰ 'ਚ ਹੀ ਹੁੰਦਾ ਵੀ ਅੱਜ ਮੇਰਾ ਬੱਚਾ ਉੱਠਿਆ ਹੋਏਗਾ ਕਿ ਨਹੀਂ ਉੱਠਿਆ ਹੋਏਗਾ, ਉਹ ਸਕੂਲ ਗਿਆ ਹੋਏਗਾ ਕਿ ਨਹੀਂ ਗਿਆ ਹੋਏਗਾ, ਮੇਰੀ ਦਰਾਣੀ ਜਠਾਣੀ ਨੇ ਮੇਰੇ ਬੱਚਿਆਂ ਨੂੰ ਬ੍ਰੇਕਫਾਸਟ ਦਿੱਤਾ ਹੋਏਗਾ ਕਿ ਨਹੀਂ ਦਿੱਤਾ ਹੋਏਗਾ। ਇੱਦਾਂ ਦੇ ਖਿਆਲਾਤ ਆਉਂਦੇ ਨੇ। ਪਰ ਸਹੁਰੇ ਘਰ ਇੰਨੇ ਸਾਲ ਰਹੀ, ਕਦੀ ਰੋਜ਼ ਖਿਆਲ ਆਉਂਦਾ ਮਾਂ ਨੇ ਰੋਟੀ ਖਾਧੀ ਕਿ ਨਹੀਂ ਖਾਧੀ, ਭੈਣ ਨੇ ਰੋਟੀ ਖਾਧੀ ਕਿ ਨਹੀਂ ਖਾਧੀ, ਮੇਰੀ ਮੰਮੀ ਨੂੰ ਮੇਰੇ ਭਰਜਾਈ ਨੇ ਰੋਟੀ ਪੁੱਛੀ ਕਿ ਨਹੀਂ ਪੁੱਛੀ, ਇੱਦਾਂ ਦਾ ਮਨ 'ਚ ਖਿਆਲ ਆਉਂਦਾ? ਕਦੀ ਵੀ ਨਹੀਂ ਆਉਂਦਾ ਹੋਏਗਾ। ਇੱਕ ਦੋ ਵਾਰੀ ਆਏਗਾ, ਇੱਕ ਦੋ ਮਹੀਨੇ ਆਏਗਾ, ਪਰ ਇੰਨਾ ਥੋੜ੍ਹਾ ਆਉਂਦਾ ਜਿੰਨਾ ਪੇਕੇ ਘਰ ਜਾ ਕੇ ਆਪਣੇ ਬੱਚਿਆਂ ਦਾ ਆਉਂਦਾ, ਇੰਨਾ ਥੋੜ੍ਹਾ ਆਉਂਦਾ। ਫਿਰ ਗੱਲ ਨੂੰ ਸਮਝਣਾ, ਫਿਰ ਗੱਲ ਨੂੰ ਵਿਚਾਰਨਾ, ਇਸ ਗੱਲ ਨੂੰ ਕਿ ਜਿਹੜੀ ਇਹ ਸੋਹਲਾ ਬਾਣੀ ਹੈ ਇਹ ਖੁਸ਼ੀ ਦਾ ਗੀਤ ਹੈ, ਉਹ ਨਿਰਭਉ ਕਾ ਸੋਹਲਾ ਹੈ। ਉਸ ਨਿਰਭਉ ਪਰਮਾਤਮਾ ਦੇ ਖੁਸ਼ੀ ਦਾ ਗੀਤ ਹੈ ਜਿਹੜਾ ਮੇਰੇ ਅੰਦਰ ਨੂੰ ਤਗੜਾ ਕਰਦਾ ਹੈ, ਜਿਹੜੇ ਮੇਰੇ ਅੰਦਰ ਨੂੰ ਮਜ਼ਬੂਤ ਕਰਦਾ ਹੈ। ਤੋ ਇਸ ਬਾਣੀ ਪ੍ਰਤੀ ਜਿਹੜੀਆਂ ਕੁਝ ਮਨੌਤਾਂ ਨੇ ਉਹ ਸਮਝਣੀਆਂ ਬੜੀ ਜ਼ਰੂਰੀ ਨੇ। ਵੀ ਇਹ ਪੁਰਾਣੇ ਸਮੇਂ 'ਚ ਫਿਰ ਦੁਹਰਾ ਦੇਣਾ ਵੀ ਪੁਰਾਣੇ ਸਮੇਂ ਜਦੋਂ ਸ਼ਾਮਾਂ ਨੂੰ ਗ੍ਰੰਥੀ ਸਿੰਘ ਨੇ ਗੁਰਦੁਆਰੇ ਪਾਠ ਕਰਨਾ, ਇੱਦਾਂ ਦੇ ਸਾਧਨ ਕਿੱਥੇ ਸੀ? ਕੋਈ ਰੇਡੀਓ, ਕੋਈ TV ਸਟੇਸ਼ਨ, ਇੱਦਾਂ ਦੇ ਕੰਮ ਕਿੱਥੇ ਸੀ? ਨਾ ਉਦੋਂ ਮੋਬਾਇਲ ਸੀ ਵੀ ਇਕੱਲਾ ਪਰਿਵਾਰ ਮੋਬਾਇਲ ਲੈ ਕੇ ਸਾਈਡ 'ਤੇ ਬੈਠਾ। ਉਦੋਂ ਸ਼ਾਮਾਂ ਨੂੰ ਜਾਣਾ ਗੁਰਦੁਆਰੇ, ਇੱਥੋਂ ਹੀ ਜੋਤਾਂ ਸ਼ੁਰੂ ਹੋਈਆਂ ਸੀ। ਅੜੀਆਂ ਘਿਓ ਦੀਆਂ ਜੋਤਾਂ ਜਗਦੀਆਂ ਨੇ ਸ਼ਾਮਾਂ ਨੂੰ ਗੁਰਦੁਆਰੇ। ਇੱਦਾਂ ਦੀਆਂ ਲਾਈਟ ਆਈ 1960 ਵਿੱਚ, ਜਿਹੜੀ ਆ ਬਿਜਲੀ ਆਪਾਂ ਵੇਖਦੇ ਹਾਂ ਲਾਈਟ, ਇਹ 1960 ਵਿੱਚ ਆਈ ਹੈ। ਪਹਿਲਾਂ ਕਿੱਥੇ ਸੀ ਲਾਈਟ? ਪਹਿਲਾਂ ਤਾਂ ਦੀਵੇ, ਗੁਰਦੁਆਰੇ ਦੀਵੇ ਜਗਦੇ ਹੁੰਦੇ ਸੀ। ਤੇ ਹਰ ਇੱਕ ਬੰਦੇ ਨੇ ਕਹਿਣਾ ਜੇ ਮੇਰੇ ਘਰ ਦੀਵਾ ਜਗਦਾ ਤੇ ਸ਼ਾਮਾਂ ਨੂੰ ਨਾਲੇ ਗੁਰਦੁਆਰੇ ਮੱਥਾ ਟੇਕਣਾ, ਨਾਲੇ ਥੋੜ੍ਹਾ ਜਿਹਾ ਘਿਓ ਲੈ ਜਾਣਾ, ਮੱਝਾਂ ਗਾਵਾਂ ਵਾਧੂ ਹੋਣੀਆਂ ਘਰ 'ਚ ਖੁੱਲ੍ਹੀਆਂ, ਦੁੱਧ ਵਾਧੂ ਹੋਣਾ, ਉਹ ਘਿਓ ਲੈ ਜਾਣਾ ਜਾ ਕੇ ਉੱਥੇ ਇੱਦਾਂ ਲਾਗੇ ਡੱਬਾ ਪਿਆ ਹੋਣਾ, ਉਹ 'ਚ ਪਾ ਆਉਣਾ। ਗ੍ਰੰਥੀ ਸਿੰਘ ਨੇ ਇੱਦਾਂ ਸ਼ਾਮਾਂ ਨੂੰ ਦੀਵਾ ਜਗਾਉਣਾ, ਉਹ ਘਿਓ ਖੁੱਲ੍ਹਾ ਹੁੰਦਾ ਸੀ। ਕੁਦਰਤੀ ਗੱਲ, ਦੇਸੀ ਘਿਓ ਦਾ ਦੀਵਾ ਆਮ ਗੁਰਦੁਆਰੇ ਜਗਦੇ ਰਹੇ। ਹੁਣ ਹੌਲੀ ਹੌਲੀ ਲਾਈਟਾਂ ਆ ਗਈਆਂ, ਘਿਓ ਉੱਦਾਂ ਜਾਂਦਾ ਸੀ। ਹੁਣ ਜੋਤ ਦੇ ਬਹਾਨੇ ਜੇ 5 ਕਿਲੋ ਘਿਓ ਆ ਰਿਹਾ ਤਾਂ ਅਗਲਾ ਕਿਉਂ ਜੋਤ ਬੁਝਾਊ? ਉਹ ਤਾਂ ਕਹੂਗਾ ਜੀ ਇਹ ਜੁਗੋ ਜੁਗਾ ਟਾਲ ਹੈ ਜੀ। ਜੋਤ ਦਾ ਤਾਂ ਸੰਬੰਧ ਬੜਾ ਤਕੜਾ ਗੁਰੂ ਗ੍ਰੰਥ ਸਾਹਿਬ ਨਾਲ। ਜੋਤ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਨਾਲ ਸੀ, ਜੋਤ ਦਾ ਸੰਬੰਧ ਰੌਸ਼ਨੀ ਨਾਲ ਸੀ। ਉਦੋਂ ਲਾਈਟ ਨਹੀਂ ਸੀ ਹੈਗੀ। ਉਹ ਸ਼ਾਮਾਂ ਨੂੰ ਦੀਵੇ ਵਾਸਤੇ, ਉਹਦੇ ਵਾਸਤੇ ਘਿਓ ਦੇ ਆਉਣਾ ਉੱਥੇ ਗੁਰਦੁਆਰੇ, ਉੱਥੇ ਲਾਗੇ ਡੱਬਾ ਪਿਆ ਹੋਣਾ, ਉਹ 'ਚ ਪਾਉਣਾ। ਗ੍ਰੰਥੀ ਸਿੰਘ ਨੇ ਜੇ 4 ਚਮਚੇ ਬਾਲਣੇ ਆ ਜਾਣਾ, ਉਹਦੇ ਬਹਾਨੇ ਅੱਧਾ ਕਿਲੋ ਘਿਓ ਪਿੰਡ ਵਿੱਚੋਂ ਇਕੱਠਾ ਹੋ ਜਾਣਾ। ਤਨਖਾਹਾਂ ਗੁਰਦੁਆਰਿਆਂ ਦੇ ਗ੍ਰੰਥੀਆਂ ਦੀਆਂ ਇੰਨੀ ਹੁੰਦੀਆਂ ਨਹੀਂ ਸੀ। ਅਗਲੇ ਵੀ ਕਹਿੰਦੇ ਸੀ ਠੀਕ ਹੈ ਜੇ ਇੱਦਾਂ ਨਹੀਂ ਸੀ, ਇੱਦਾਂ ਸੀ। ਫਿਰ ਉਹਨਾਂ ਕਹਿਣਾ ਜੀ ਜੋਤ ਬੁਝਣੀ ਨਹੀਂ ਚਾਹੀਦੀ, ਜੋਤ ਪੱਕੀ। 3 ਦਿਨ ਅਖੰਡ ਪਾਠ ਦੇ ਨਾਲ ਜੋਤ ਪੱਕੀ। ਅੱਛਾ, ਜਿਹੜੀ ਰੱਬ ਦੀ ਜੋਤ ਉਹ ਬੁਝ ਰਹੀ ਆ, ਹੱਕ ਮਾਰੀ ਜਾਂਦੇ ਆ ਗਰੀਬਾਂ ਦਾ। ਰਾਸ਼ਨ ਨਹੀਂ ਦੇਣਾ ਕਿਸੇ ਨੂੰ, ਕਿਸੇ ਦੀ ਜਿਹੜਾ ਲੋੜਵੰਦ ਬੰਦਾ ਉਹਦੀ ਹੈਲਪ ਨਹੀਂ ਕਰਨੀ, ਗਰੀਬ ਦਾ ਹੱਕ ਮਾਰ ਲੈਣਾ ਹੈ ਤੇ ਘਿਓ ਦੀ ਲਾਗੇ ਜੋਤ ਉੱਦਾਂ ਜਗਾਈ ਜਾਣੀ ਹੈ। ਉੱਦਾਂ ਕਿਸੇ ਨੂੰ ਕਹਿ ਦੇ ਨਾ ਵੀ ਕਿਸੇ ਦੀ ਹੈਲਪ ਕਰ ਦਿਓ, ਉਹ ਨਹੀਂ ਹੈਗਾ। ਦੇਸੀ ਘਿਓ ਭਾਵੇਂ ਜੋਤ ਵਾਸਤੇ 5 ਕਿਲੋ ਚੜਾਵੇ ਇਕੱਲਾ ਬੰਦਾ। ਇੱਥੋਂ ਜੋਤ ਚੱਲ ਪਈ। ਸ਼ਾਮਾਂ ਨੂੰ ਜਾਣਾ, ਫਿਰ ਇੱਦਾਂ ਪਾਠ ਕਰਨਾ। ਗ੍ਰੰਥੀ ਸਿੰਘ ਨੇ ਸੋਦਰ ਦਾ ਪਾਠ ਹੋਣਾ, ਉਸ ਤੋਂ ਬਾਅਦ ਸੋਹਲਾ ਸਾਹਿਬ ਦੀ ਬਾਣੀ। ਜਦੋਂ ਗ੍ਰੰਥੀ ਸਿੰਘ ਨੇ ਮਹਾਰਾਜ ਸਰੂਪ ਦੀ ਸੇਵਾ ਕਰਨੀ, ਲਾਗੇ ਉਹਨੇ ਸਾਜਾਂ ਨਾਲ ਸੋਹਲਾ ਸਾਹਿਬ, ਉਹਨੂੰ ਕੀਰਤਨ ਸੋਹਲਾ ਹੌਲੀ ਹੌਲੀ ਕਹਿਣ ਲੱਗ ਪਏ। ਵੈਸੇ ਕੀਰਤਨ ਸੋਹਲਾ ਬਾਣੀ ਦਾ ਨਾਮ ਨਹੀਂ, ਬਾਣੀ ਦਾ ਨਾਮ ਸੋਹਲਾ ਹੈ। ਤੁਹਾਡੇ ਜੋ ਗ੍ਰੰਥੀ ਸਿੰਘ, ਪਾਠੀ ਸਿੰਘ ਵੀ ਬੈਠੇ ਹੋਣੇ ਆ, ਘਰਾਂ 'ਚ ਬੈਠੇ ਸੁਣ ਰਹੇ। ਫਿਰ ਸੰਪਰਦਾਇਆਂ ਨੇ ਇਹਨਾਂ ਸ਼ਬਦਾਂ ਨਾਲ ਕਿੰਨਾ ਕੁਝ ਜੋੜ ਦਿੱਤਾ। ਜਦੋਂ ਇੱਦਾਂ ਸੋਹਲਾ ਸਾਹਿਬ ਦੀ ਬਾਣੀ ਪੜ੍ਹਦੇ, ਕਈ ਸੰਪਰਦਾਇ ਡੇਰੇਦਾਰ ਇਹ ਸੋਹਲਾ ਸਾਹਿਬ ਦੀ ਬਾਣੀ ਨਾਲ ਇੱਦਾਂ ਦੇ ਸ਼ਬਦ ਜੋੜ ਦਿੱਤੇ। ਕਿਹੜੇ ਕਿਹੜੇ ਭਲਾ? ਔਖੀ ਘੜੀ ਨਾਲ ਦੇਖਣ ਦੇ, ਆਪਣਾ ਬਿਰਦ ਸੰਭਾਲੇ ਹਾਥ ਦੇ, ਇੱਦਾਂ ਉਹ ਕਹਿੰਦੇ ਵੀ ਇਹ ਸੋਹਲਾ ਸਾਹਿਬ ਦੀ ਬਾਣੀ। ਕਈ ਸੰਪਰਦਾਇ ਡੇਰੇਦਾਰਾਂ ਨੇ ਤਾਂ ਇਸ ਬਾਣੀ ਨਾਲ ਇੱਦਾਂ ਦੇ ਭਰਮ ਵੀ ਬਣਾਏ ਹੋਏ ਆ, ਇੱਦਾਂ ਦੀਆਂ ਮਨੌਤਾਂ ਵੀ ਖੜੀਆਂ ਕਰ ਦਿੱਤੀਆਂ ਕਿ ਸੋਹਲਾ ਸਾਹਿਬ ਦੀ ਜਦੋਂ ਬਾਣੀ ਰਾਤ ਨੂੰ ਪੜ੍ਹੀ ਦੀ ਹੈ, ਜਦੋਂ ਬੰਦਾ ਪੜ੍ਹਦਾ ਤਾਂ ਇਹਦੇ ਬੰਨੇ ਬੰਨੇ ਲੋਹੇ ਦਾ ਜੰਗਲਾ ਬਣ ਜਾਂਦਾ ਹੈ। ਭਾਵ ਕੋਈ ਇਹ ਤੇ ਇਹਦਾ ਨੁਕਸਾਨ ਨਹੀਂ ਹੋ ਸਕਦਾ। ਸਵੇਰੇ ਜਦੋਂ ਉਹ ਫਿਰ ਜਪਜੀ ਸਾਹਿਬ ਦਾ ਪਾਠ ਕਰਦਾ ਹੈ, ਉਹ ਫਿਰ ਜਿਹੜਾ ਜੰਗਲਾ ਬਣਿਆ ਹੁੰਦਾ ਉਹ ਟੁੱਟ ਜਾਂਦਾ। ਫਿਰ ਤੁਸੀਂ ਸੋਚ ਕੇ ਵੇਖੋ, ਇਹ ਬਾਣੀ ਜਿਨ੍ਹਾਂ ਵਹਿਮਾਂ 'ਚ ਸਾਨੂੰ ਬਾਣੀ ਕਰਦੀ ਸੀ, ਤੇ ਬਾਣੀ ਨੂੰ ਵਹਿਮਾਂ 'ਚ ਪਾਤਾ। ਇੱਥੋਂ ਮਨੌਤਾਂ ਸ਼ੁਰੂ ਹੋ ਗਈਆਂ। ਲਾ ਕੇ ਪਾਠ ਕਰਨਾ, ਲਾ ਕੇ ਗਲਾਸ ਪਾਣੀ ਦਾ ਰੱਖ ਲੈਣਾ, ਫਿਰ ਉਹ ਗਲਾਸ ਸਾਰੇ ਘਰ ਵਿੱਚ ਛੱਟਾ ਦੇਣਾ। ਕਿਉਂ ਜੀ? ਹੁਣ ਇਹ ਅੰਮ੍ਰਿਤ ਬਣ ਗਿਆ। ਅੱਛਾ, ਬੰਦਾ ਅੰਮ੍ਰਿਤ ਨਹੀਂ ਬਣਿਆ ਅਜੇ ਤੱਕ ਬਾਣੀ ਪੜ੍ਹ ਕੇ। ਇੱਥੋਂ ਘੜਾ ਚੱਲ ਪਿਆ ਲਾਗੇ, ਇੱਥੋਂ ਹੀ ਕੁੰਭ ਚੱਲ ਪਿਆ। ਕਈ ਕਰਮ ਕਾਂਡ ਪਖੰਡ ਇੱਥੋਂ ਸ਼ੁਰੂ ਹੋ ਗਏ। ਤਾਈਓ ਮਰਿਆਦਾ 'ਚ ਬਕਾਇਦਾ ਲਿਖਿਆ ਹੋਇਆ ਹੈ, ਇਹ ਕੁੰਭ, ਇਹ ਨਾਰੀਅਲ, ਇਹ ਜੋਤਾਂ, ਟੱਲੀਆਂ ਖੜਕਾਉਣੀਆਂ, ਸੰਖ ਪੂਰਨੇ, ਇਹ ਮਨਮਤ ਹੈ, ਲਿਖਿਆ ਬਕਾਇਦਾ। ਤੋ ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ, ਇੱਦਾਂ ਹੌਲੀ ਹੌਲੀ ਇੱਦਾਂ ਦੇ ਵਹਿਮ ਨਾਲ ਜੁੜਦੇ ਗਏ। ਤੋ ਖੈਰ ਜਿਹੜੀ ਸੋਹਲਾ ਦਾ ਅਰਥ ਹੈ ਖੁਸ਼ੀ ਦਾ ਗੀਤ। ਇਹ ਉਹ ਗੀਤ ਹੈ ਜਿਹਦੇ ਨਾਲ ਸਦਾ ਸੁੱਖ ਹੋਏ, ਜਿਹਦੇ ਨਾਲ ਸਾਡੇ ਅੰਦਰ ਸਦਾ ਸੁਖੀ ਹੋਣਾ ਹੈ।
ਸੁੱਖ ਅੰਦਰ ਦਾ ਪਿਆਰਿਓ। ਅੰਦਰੋਂ ਸੁਖੀ ਹੋਵੇ ਨਾ, ਬਾਹਰ ਭਾਵੇਂ ਤਪਸ਼ ਵੀ ਪੈ ਰਹੀ ਹੋਵੇ ਨਾ, ਅੰਦਰ ਠੰਡਾ, ਤੇ ਬਾਹਰ ਭਾਵੇਂ ਏਅਰ ਕੰਡੀਸ਼ਨ ਹੋਵੇ, ਬਾਹਰ ਭਾਵੇਂ ਸਨੋਹ ਦੇ ਬਰਫ਼ ਦੇ ਢੇਰ ਲੱਗੇ ਹੋਣ, ਜੇ ਅੰਦਰੋਂ ਕਲਪਿਆ ਪਿਆ ਤੇ ਕਦੀ ਵੀ ਜ਼ਿੰਦਗੀ ਜਿਹੜੀ ਹੈ ਸੁਖੀ ਨਹੀਂ ਹੋ ਸਕਦੀ। ਅੰਦਰੋਂ ਖਿੱਚਦਾ। ਇਸੇ ਨੂੰ ਆਖਿਆ ਸੀ ਨਾ ਕਿ ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵੇਲਾ। ਆਓ ਗੁਰੂ ਦੀ ਇਸ ਵਿਚਾਰ ਨੂੰ ਜ਼ਿੰਦਗੀ ਦਾ ਆਧਾਰ ਬਣਾਈਏ। ਸੋਹਲਾ ਸਾਹਿਬ ਬਾਣੀ ਦੇ 5 ਸ਼ਬਦ ਨੇ। 3 ਸ਼ਬਦ ਪਹਿਲੇ ਗੁਰੂ ਨਾਨਕ ਸਾਹਿਬ ਜੀ ਦੇ, ਫਿਰ ਗੁਰੂ ਰਾਮਦਾਸ ਜੀ ਦਾ, ਤੇ ਫਿਰ ਗੁਰੂ ਪੰਜਵੇਂ ਪਾਤਸ਼ਾਹ ਜੀ ਦਾ। ਇਹ ਜਿਹੜੇ ਪੰਜੇ ਦੇ ਪੰਜੇ ਸ਼ਬਦ ਹੈ, ਇਹ ਕੋਸ਼ਿਸ਼ ਕਰਨੀ ਹੈ ਵੀ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ, ਆਮ ਹੀ ਮਰਿਆਦਾ 'ਚ ਵੀ ਲਿਖਿਆ ਵੀ ਸੌਣ ਤੋਂ ਪਹਿਲਾਂ ਸਿੱਖਾ ਤੇਰੇ ਨਾਲ ਸੰਬੰਧ ਹੈ ਇਹਦਾ, ਪਰ ਅਸੀਂ ਸੋਚਿਆ ਕਿ ਇਹ ਹੁਣ ਮਹਾਰਾਜ ਜੀ ਸੌਣ ਲੱਗੇ ਆ, ਮਹਾਰਾਜ ਨੂੰ ਸਵਾਉਣ ਵੇਲੇ ਅਸੀਂ ਇਹਨਾਂ ਸ਼ਬਦਾਂ ਦਾ ਪਾਠ ਕਰ ਰਹੇ ਹਾਂ। ਇਹ ਉਦੋਂ ਸੀ ਜਦੋਂ ਪਿੰਡਾਂ ਵਿੱਚ ਇਕੱਠੇ ਬੈਠ ਕੇ ਦਾ ਪਾਠ ਕਰਨਾ ਅਤੇ ਉਹਦੀ ਸਰੂਪ ਦੀ ਸੇਵਾ ਕਰਨ ਲੱਗਿਆ ਗ੍ਰੰਥੀ ਸਿੰਘ ਨੇ ਪਾਠ ਕਰ ਦੇਣਾ। ਹੁਣ ਗੁਰਦੁਆਰੇ ਜਾਂਦਾ ਹੀ ਕੋਈ ਨਹੀਂ, ਸ਼ਾਮਾਂ ਨੂੰ ਤਾਂ ਗ੍ਰੰਥੀ ਸਿੰਘ ਇਕੱਲਾ ਹੀ ਸੇਵਾ ਕਰਕੇ ਗੁਰਦੁਆਰੇ ਅੰਦਰ ਸੇਵਾ ਕਰ ਰਿਹਾ, ਸਵੇਰੇ ਇਕੱਲਾ ਹੀ ਪ੍ਰਕਾਸ਼ ਕਰਦਾ। ਅਤੇ ਜਦੋਂ ਉਹੀ ਬੰਦੇ ਧਾਰਮਿਕ ਅਸਥਾਨਾਂ 'ਤੇ ਜਾਂਦੇ, ਵੱਡੇ ਇਤਿਹਾਸਕ ਗੁਰਦੁਆਰਿਆਂ ਜਾਂਦੇ ਆ, ਕਿੱਦਾਂ ਮੋਢੇ ਦੇਣ ਲਈ ਤਰਲੇ ਲੈਂਦੇ। ਉਦੋਂ ਇੱਕ ਵਾਰੀ ਕਿਤੇ ਹੱਥ ਹੀ ਲੱਗਦੇ, ਯਾਤਰਾ ਹੁੰਦੀ ਨਾ ਗੁਰੂ ਨਾਨਕ ਸਾਹਿਬ ਸਰੂਪ ਦੀ, ਕਿੱਦਾਂ ਹੱਥ ਲਾਉਣ ਲਈ ਤਰਲੇ ਲੈਂਦੇ ਆ। ਆਓ ਇਹਨਾਂ ਭਰਮ ਭੁਲੇਖਿਆਂ 'ਚੋਂ, ਕਰਮ ਕਾਂਡਾਂ 'ਚੋਂ ਬਾਹਰ ਨਿਕਲੋ, ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ ਪ੍ਰਾਪਤ ਕਰਨ ਦਾ ਯਤਨ ਕਰੀਏ। ਅਤੇ ਬਾਣੀ ਤਾਂ ਭਰਮਾਂ 'ਚੋਂ ਕੱਢਦੀ ਹੈ, ਪਰ ਅਸੀਂ ਕਿੰਨੇ ਅਗਿਆਨੀ ਲੋਕ ਹਾਂ, ਅਸੀਂ ਬਾਣੀ ਨਾਲ ਹੀ ਭਰਮ ਖੜੇ ਕਰ ਲਏ। ਬਾਣੀ ਨਾਲ ਹੀ ਅਸੀਂ ਇੱਦਾਂ ਦੇ ਭਰਮ ਭੁਲੇਖੇ ਜਿਹੜੇ ਪੈਦਾ ਕਰਕੇ ਬੈਠ ਗਏ ਹਾਂ। ਆਓ ਇਹਨਾਂ ਭਰਮ ਭੁਲੇਖਿਆਂ 'ਚੋਂ ਬਾਹਰ ਨਿਕਲ ਕੇ ਇਸ ਖੁਸ਼ੀ ਦੇ ਗੀਤ ਨਾਲ ਆਪਣੀ ਜ਼ਿੰਦਗੀ 'ਚ ਖੁਸ਼ੀ ਲੈ ਕੇ ਆਈਏ, ਖੇੜਾ ਲੈ ਕੇ ਆਈਏ। ਅਤੇ ਜੇ ਮਨ ਗੁਰ ਮਿਲ ਕਾਜ ਸਵਾਰੇ, ਹੇ ਮਨਾ, ਗੁਰੂ ਨੂੰ ਮਿਲ ਕੇ ਆਪਣੀ ਜ਼ਿੰਦਗੀ ਦੇ ਵਿਗੜੇ ਹੋਏ ਕਾਰਜਾਂ ਨੂੰ ਸੁਧਾਰਨ ਦਾ ਯਤਨ ਕਰੋ। ਇਹ ਸੋਹਲਾ ਸਾਹਿਬ ਦੀ ਬਾਣੀ ਬਾਰੇ ਕੁਝ ਸੰਖੇਪ ਜੀਆਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕੀਤੀ ਹੈ। ਆਪਾਂ ਕੱਲ੍ਹ ਤੋਂ ਲਗਾਤਾਰ ਸੋਹਲਾ ਸਾਹਿਬ ਦਾ ਇਕੱਲਾ ਇਕੱਲਾ ਸ਼ਬਦ ਲੈ ਕੇ ਤੁਹਾਡੇ ਨਾਲ ਜਿਹੜੀ ਵਿਚਾਰ ਉਹ ਸਾਂਝੀ ਕਰਦੇ ਜਾਵਾਂਗੇ। ਆਪਾਂ ਕੋਸ਼ਿਸ਼ ਕਰਾਂਗੇ, ਜਿਵੇਂ ਆਪਾਂ ਪਹਿਲਾਂ ਜਪ ਬਾਣੀ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕੀਤੀ ਹੈ, ਉਸ ਤੋਂ ਬਾਅਦ ਆਪਾਂ ਇਹ ਸੋ ਪੁਰਖ ਦੇ 5 ਸ਼ਬਦ, ਸੋਦਰ ਦੇ 5 ਸ਼ਬਦ, ਫਿਰ ਸੋ ਪੁਰਖ ਬਾਣੀ ਦੇ 4 ਸ਼ਬਦ, ਉਹਨਾਂ 9 ਸ਼ਬਦਾਂ ਦੀ ਆਪਾਂ ਵਿਚਾਰ ਕੀਤੀ। ਇੱਦਾਂ ਹੀ ਹੁਣ ਆਪਾਂ ਸੋਹਲਾ ਸਾਹਿਬ ਦੀ ਜਿਹੜੀ ਹੈ ਉਹ ਬਾਣੀ ਦੇ 50 ਸ਼ਬਦਾਂ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਾਂਗੇ। ਤੁਸੀਂ ਬੜਾ ਹੌਸਲਾ ਦਿੰਦੇ ਹੋ, ਬੜੇ ਪਿਆਰ ਨਾਲ ਸੁਣਦੇ ਜੇ। ਕੋਸ਼ਿਸ਼ ਕਰੋ, ਆਪ ਪੜ੍ਹੋ, ਸਮਝੋ, ਵਿਚਾਰੋ, ਆਪ ਗੁਰਬਾਣੀ ਦੇ ਅਰਥ ਭਾਵ ਸਮਝਣ ਦੀ ਕੋਸ਼ਿਸ਼ ਕਰੋ, ਤਾਂ ਕਿ ਸਾਨੂੰ ਪਤਾ ਲੱਗ ਸਕੇ ਬਾਣੀ ਸਾਨੂੰ ਕਿੰਨਾ ਭਰਮਾਂ 'ਚੋਂ ਕੱਢ ਕੇ ਇੱਕ ਨਵਾਂ ਜੀਵਨ ਜਿਹੜੀ ਉਹ ਬਖਸ਼ਿਸ਼ ਕਰ ਰਹੀ ਹੈ। ਆਓ ਸਾਰਿਆਂ ਦਾ ਧੰਨਵਾਦ ਜੀ। ਆਪ ਜੀ ਇੱਦਾਂ ਹੀ ਲਗਾਤਾਰ ਗੁਰਬਾਣੀ ਦੀ ਵਿਚਾਰ ਸੁਣਦੇ ਜਾਓ, ਅੱਗੇ ਆਪਾਂ ਇਹੋ ਗਿਆਨ ਵਿਚਾਰਾਂ ਵੰਡਦੇ ਜਾਈਏ ਅਤੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਜਿਉਣ ਦਾ ਯਤਨ ਕਰੀਏ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।